ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਂਧ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਨਿਦਰਾਹੂ ਹਰ ਤੁਮ ਬਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਏ ਨਿਦਰਾ ਹੋ ਮੇਰੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਗੁਰੂ ਰੂਹ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਨਿਦਰਾਹੂ ਮੇਰੇ ਹੋ। ਇਸ ਪੌੜੀ ਵਿੱਚ ਸਤਿਗੁਰੂ ਜੀ ਨੇਤਰਾਂ ਨੂੰ ਸਿੱਖਿਆ ਦਿੰਦੇ ਹੋਏ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਮੇਰੇ ਨੇਤਰੋ, ਤੁਸੀਂ ਧਿਆਨ ਦੇ ਨਾਲ ਮੇਰੀ ਗੱਲ ਨੂੰ ਸੁਣੋ। ਹਰ ਤੁਮ ਮਹਿ ਜੋਤ ਧਰੀ ਹਰੀ ਪਰਮੇਸ਼ਰ ਨੇ ਵੇਖਣ ਵਾਸਤੇ ਤੁਹਾਡੇ ਵਿੱਚ ਆਪਣੀ ਜੋਤ ਰੱਖੀ ਹੋਈ ਹੈ।
ਆਪਣੀ ਪ੍ਰਕਾਸ਼ ਰੂਪ ਜੋਤ ਰੱਖੀ ਹੈ। ਹਰ ਬਿਨ ਅਵਰ ਨ ਦੇਖੋ ਕੋਈ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਹਰੀ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਕਿਸੇ ਵੱਲ ਮੰਦ ਦ੍ਰਿਸ਼ਟੀ ਨਾਲ ਨਾ ਦੇਖਣਾ ਕਰੋ। ਪਰਤ ਰਹਿ ਰੂਪ ਨਾ ਪੇਖੈ ਨੇਤਰ, ਸੰਤ ਸਾਧ ਕੀ ਟਹਿਲ ਸੰਤ ਸੰਗ ਹੇਤ। ਕਰਮ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਸੋ ਇਹ ਮਹਾਰਾਜ ਨੇ ਇੰਦਰੀਆਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜੋ ਪਰ ਇਸਤਰੀ ਦਾ ਸੁੰਦਰ ਸਰੂਪ ਹੈ ਉਹ ਮੰਦ ਭਾਵਨਾ ਦੇ ਨਾਲ ਨਾ ਦੇਖੋ। ਅੱਖਾਂ ਤਾਂ ਬੰਦ ਹੋ ਹੀ ਨਹੀਂ ਸਕਦੀਆਂ, ਪਰ ਗੱਲ ਤਾਂ ਭਾਵਨਾ ਦੀ ਹੈ। ਘਰ ਦੇ ਵਿੱਚ ਵੀ ਤਾਂ ਅਸੀਂ ਆਪਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੀ ਰਹਿੰਦੇ ਹਾਂ, ਪਰ ਉਹਨਾਂ ਵਿੱਚ ਸਾਡੇ ਭੈਣ ਭਰਾਵਾਂ ਦੀ ਭਾਵਨਾ ਹੁੰਦੀ ਹੈ। ਇੰਝ ਹੀ ਜਿਸ ਤਰ੍ਹਾਂ ਸਾਰੇ ਸੰਸਾਰ ਨੂੰ ਆਪਣਾ ਘਰ ਮੰਨ ਲਈਏ, ਇੱਕ ਪਿਤਾ ਇੱਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰ ਹਰੀ। ਸੁਨ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਤੋ ਫਿਰ ਮੰਦ ਭਾਵਨਾ ਹੋ ਹੀ ਨਹੀਂ ਸਕਦੀ। ਨੀਚੇ ਲੋਇਨ ਕਰ ਰਹੋ ਲੈ ਸਾਜਨ ਘਟ ਮਾਹੇ। ਕਬੀਰ ਜੀ ਕਹਿੰਦੇ ਨੇ ਕਿ ਆਪਣੀ ਅੱਖਾਂ ਨੂੰ ਨੀਵੀਆਂ ਕਰਕੇ ਰੱਖੋ, ਹਿਰਦੇ ਵਿੱਚ ਸੱਜਣ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਕਰੋ। ਇਹ ਪਹਿਲੀ ਅਵਸਥਾ ਹੈ ਜਦੋਂ ਮਨ ਟਿਕਿਆ ਨਾ ਹੋਵੇ। ਜਦ ਮਨ ਟਿਕ ਗਿਆ, ਨੀਚੇ ਲੋਇਨ ਕਿਉਂ ਕਰੋ, ਸਭ ਘਟ ਦੇਖੋ ਪੀਓ। ਬ੍ਰਹਮ ਗਿਆਨ ਦੀ ਦ੍ਰਿਸ਼ਟੀ ਵਿੱਚ ਫਿਰ ਅੱਖਾਂ ਨੀਵੀਆਂ ਕਿਉਂ ਕਰਨੀਆਂ, ਸਭਨਾਂ ਦੀ ਵੱਲ ਵੇਖੋ ਔਰ ਪਰਮਾਤਮਾ ਨੂੰ ਯਾਦ ਕਰੋ ਕਿ ਵੇਖੋ ਉਹਨੇ ਕਿਆ ਸੋਹਣੀ ਰਚਨਾ ਬਣਾਈ ਹੋਈ ਹੈ। ਜਿਹਦੀ ਇੰਨੀ ਸੋਹਣੀ ਰਚਨਾ ਉਹ ਆਪ ਕਿੰਨਾ ਸੋਹਣਾ ਹੋਏਗਾ, ਉਸ ਨੂੰ ਯਾਦ ਕਰੋ। ਭਾਈ ਕਨ੍ਹਈਆ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਹੋਲੇ ਮਹੱਲੇ ਸਾਹਿਬ ਦੇ ਦਿਹਾੜੇ ਚੱਲ ਰਹੇ ਨੇ। ਗੁਰਦੁਆਰਾ ਸ੍ਰੀ ਤਾੜਾਗੜ੍ਹ ਸਾਹਿਬ ਜਿਹੜਾ ਪੰਜਵਾਂ ਕਿਲ੍ਹਾ ਹੈ, ਪੰਜਾਂ ਕਿਲ੍ਹਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਦੂਰ 5-7 ਕਿਲੋਮੀਟਰ ਉਹ ਪੈਂਦਾ ਹੈ। ਨੈਣਾ ਦੇਵੀ ਵਾਲੀ ਰੋਡ ਤੇ ਉੱਪਰਲੇ ਟਿੱਲੇ ਤੇ ਹੈ। ਉਹਦੇ ਹੇਠਾਂ ਇੱਕ ਛੋਟਾ ਜਿਹਾ ਝੌਂਪੜੀਆਂ ਵਾਲਾ ਕਸਬਾ ਵਸਦਾ। ਨਦੀ ਨੂੰ ਟੱਪ ਕੇ ਸਪੈਸ਼ਲ ਅਸੀਂ ਦਰਸ਼ਨ ਕਰਨ ਜਾਂਦੇ ਹੁੰਦੇ ਆ। ਉੱਥੇ ਛੋਟਾ ਜਿਹਾ ਚਬੱਚਾ ਸਾਹਿਬ ਬਣਿਆ ਹੁੰਦਾ ਸੀ, ਜਿਹਨੂੰ ਬੌਲੀ ਸਾਹਿਬ ਬੋਲਦੇ। ਉਹਦੇ ਵਿੱਚ ਕੋਈ ਬੋਰ ਨਹੀਂ ਹੈ, ਕੋਈ ਉਹਦੇ ਵਿੱਚ ਟੂਟੀ ਨਹੀਂ, ਕੋਈ ਨਲਕਾ ਨਹੀਂ, ਤੇ ਛੋਟਾ ਜਿਹਾ ਚਬੱਚਾ ਸਾਹਿਬ ਹੈ। ਬੱਚਾ ਵੀ ਉਹਦੇ 'ਚ ਹੱਥ ਪਾ ਕੇ ਜਲ ਕੱਢ ਸਕਦਾ ਹੈ। ਨਿੱਕਾ ਜਿਹਾ ਚਬੱਚਾ, ਪਰ ਉਹ ਪਾਣੀ ਨਹੀਂ ਉਹਦੇ 'ਚ ਮੁੱਕਦਾ। ਔਰ ਇੰਨਾ ਮਿੱਠਾ ਪਾਣੀ, ਠੰਡਾ ਤੇ ਮਿੱਠਾ ਜਲ, ਜਿਵੇਂ ਵਿੱਚ ਖੰਡ ਮਿਸ਼ਰੀ ਘੋਲੀ ਹੋਈ। ਕਹਿੰਦੇ ਉਹ ਭਾਈ ਕਨ੍ਹਈਆ ਜੀ ਦੀ ਬੋਲੀ ਹੈ, ਜਿੱਥੋਂ ਮਸ਼ਕ ਭਰ ਕੇ ਜੰਗ ਯੁੱਧ ਦੇ ਵਿੱਚ ਫੱਟੜ ਹੋਏ ਦੁਸ਼ਮਣਾਂ ਨੂੰ ਤੇ ਸਿੰਘਾਂ ਨੂੰ ਜਲ ਛਕਾਉਂਦੇ ਰਹੇ। ਅੱਜ ਕੱਲ੍ਹ ਨਿਸ਼ਕਾਮ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਮਹਿੰਦਰ ਸਿੰਘ ਜੀ ਬਰਮਿੰਘਮ ਵਾਲੇ, ਉਹਨਾਂ ਨੇ ਉਸ ਬੋਲੀ ਦੇ ਉੱਪਰ ਛੱਤ ਪਾ ਕੇ ਬੜਾ ਸੋਹਣਾ ਗੁੰਮਟ ਬਣਾ ਕੇ ਨਜ਼ਦੀਕ ਹੀ ਭਾਈ ਕਨ੍ਹਈਆ ਜੀ ਦੀ ਯਾਦ ਵਿੱਚ ਬਹੁਤ ਹੀ ਸੁੰਦਰ ਆਲੀਸ਼ਾਨ ਔਰ ਲੱਖਾਂ ਹੀ ਪਾਉਂਡ ਲਾ ਕੇ ਗੁਰਦੁਆਰਾ ਸਾਹਿਬ ਤਿਆਰ ਕੀਤਾ। ਪਹਿਲਾਂ ਸੜਕ ਤੋਂ ਹੇਠਾਂ ਨਦੀ ਦੇ ਵਿੱਚ ਦੀ ਜਾਣਾ ਪੈਂਦਾ ਸੀ, ਪਰ ਹੁਣ ਬੜਾ ਸੋਹਣਾ ਪੁਲ ਉਹਨਾਂ ਨੇ ਉੱਪਰ ਬਣਾ ਕੇ ਗੁਰਦੁਆਰੇ ਸਾਹਿਬ ਨੂੰ ਰਸਤਾ ਕੱਢਿਆ ਹੋਇਆ। ਸੰਗਤਾਂ ਜੋ ਅਨੰਦਪੁਰ ਸਾਹਿਬ ਜਾਂਦੀਆਂ ਨੇ, 100 ਦੇ ਵਿੱਚੋਂ 20 ਪ੍ਰਾਣੀਆਂ ਨੂੰ ਪਤਾ ਹੋਏਗਾ ਉਧਰਲੇ ਪਾਸੇ ਦਾ ਤਾਰਾਗੜ੍ਹ ਕਿਲ੍ਹਾ ਤੇ ਭਾਈ ਕਨ੍ਹਈਆ ਸਾਹਿਬ ਜੀ ਦੀ ਬੌਲੀ ਦਾ ਗੁਰਦੁਆਰਾ
ਆਮ ਸੰਗਤਾਂ ਨੂੰ ਜਾਣਕਾਰੀ ਨਹੀਂ, ਪਰ ਜਦ ਆਪ ਗਏ ਤਾਂ ਜ਼ਰੂਰ ਦਰਸ਼ਨ ਕਰਕੇ ਆਇਓ। ਸੋ ਜਿਨ੍ਹਾਂ ਨੇ ਜੰਗ ਯੁੱਧ ਦੇ ਵਿੱਚ ਵਰਦੀਆਂ ਗੋਲੀਆਂ ਦੇ ਵਿੱਚ ਸੁਖ ਸ਼ਾਂਤੀ ਵਿੱਚ ਲੰਗਰ ਵਰਤਾਉਣਾ, ਜਲ ਵਰਤਾਉਣਾ ਬੜਾ ਸੌਖਾ ਹੈ, ਪਰ ਵਰਦੀਆਂ ਗੋਲੀਆਂ ਦੇ ਵਿੱਚ ਅੱਗ ਵਸ ਰਹੀ ਸੀ। ਨਿਡਰ ਹੋ ਕੇ, ਨਚੱਕ ਹੋ ਕੇ ਸਭਨਾਂ ਨੂੰ ਇੱਕ ਰਸ ਜਲ ਛਕਾਇਆ। ਅਰਖਾਂ ਦੇ ਨਾਲ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਵੇਖਿਆ। ਸਿੰਘਾਂ ਦੀ ਸ਼ਿਕਾਇਤ ਤੋਂ ਜਦ ਗੁਰੂ ਸਾਹਿਬ ਨੇ ਪੁੱਛਿਆ, ਕਹਿੰਦੇ ਭਾਈ ਕਨ੍ਹਈਆ ਜੀ, ਇਹ ਸਿੰਘ ਕਹਿੰਦੇ ਤੂੰ ਦੁਸ਼ਮਣ ਨਾਲ ਰਲ ਗਿਆ, ਤੂੰ ਦੁਸ਼ਮਣ ਨੂੰ ਜਲ ਛਕਾਉਂਦਾ ਹੈ। ਇਹ ਫਟੜ ਕਰਕੇ ਮਾਰ ਕੇ ਸੁੱਟਦੇ ਨੇ, ਤੂੰ ਪਾਣੀ ਪਿਆ ਕੇ ਫਿਰ ਲੜਨ ਲਈ ਖੜਾ ਕਰ ਦਿੰਦਾ। ਕਹਿੰਦਾ ਮਹਾਰਾਜ ਵੀ ਮੈਂ ਤਾਂ ਕਿਸੇ ਦੁਸ਼ਮਣ ਨੂੰ ਜਲ ਨਹੀਂ ਛਕਾਇਆ। ਸਿੰਘ ਕਹਿੰਦੇ ਦੇਖੋ ਜੀ, ਤੁਹਾਡੇ ਸਾਹਮਣੇ ਝੂਠ ਬੋਲ ਰਿਹਾ। ਗੁਰੂ ਸਾਹਿਬ ਕਹਿਣ ਲੱਗੇ ਅਸਲੀਅਤ ਕੀ ਹੈ? ਕਹਿਣ ਲੱਗਾ ਇਹ ਸੱਚੇ ਪਾਤਸ਼ਾਹ, ਪ੍ਰਭ ਮੇਰਾ ਅੰਤਰਜਾਮੀ ਜਾਣ। ਆਪ ਜੀ ਅੰਤਰਜਾਮੀ ਜਾਣਦੇ ਹੋ ਕਿ ਜਦ ਵੀ ਕੋਈ ਬੁੱਕ ਕੱਢ ਕੇ ਮੇਰੇ ਪਾਸੋਂ ਜਲ ਦੀ ਮੰਗ ਕਰਦਾ ਹੈ, ਭਾਵੇਂ ਉਹ ਸਿੱਖ ਹੈ ਤੇ ਭਾਵੇਂ ਉਹ ਮੁਸਲਮਾਨ ਹੈ, ਮੈਨੂੰ ਤੁਹਾਤੋਂ ਸਿਵਾਏ ਹੋਰ ਕੋਈ ਨਹੀਂ ਦਿਖਦਾ। ਮੈਂ ਤਾਂ ਇਉਂ ਸਮਝਦਾ ਵੀ ਆਪ ਮੇਰੇ ਤੋਂ ਜਲ ਮੰਗ ਰਹੇ ਹੋ, ਮੈਂ ਤਾਂ ਤੁਹਾਡੀ ਬੁੱਕ 'ਚ ਪਾਣੀ ਪਾਉਂਦਾ ਹਾਂ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨਿਆਈ। ਨਾ ਕੋ ਦੁਸ਼ਮਣ ਦੁਖੀਆ, ਨਾ ਹੀ ਕੋ ਮੰਦਾ। ਮੈਨੂੰ ਤਾਂ ਚਾਰ ਸਵੇਰੇ ਆਪ ਜੀ ਦਾ ਰੂਪ ਦਿਖਦਾ। ਤੁਸੀਂ ਫਟੜ ਹੋਏ, ਪਾਣੀ ਦੇ ਪਿਆਸੇ, ਬੁੱਕ ਕੱਢ ਕੇ ਮੇਰੇ ਕੋਲ ਪਾਣੀ ਮੰਗੋ ਤਾਂ ਕਿ ਮੈਂ ਤੁਹਾਡੀ ਬੁੱਕ 'ਚ ਪਾਣੀ ਨਾ ਪਾਵਾਂ? ਮੈਂ ਸਿੱਖ ਹਾਂ, ਸਿੱਖ ਹੋਣ ਦੇ ਨਾਤੇ ਮੈਂ ਤਾਂ ਤੁਹਾਨੂੰ ਜਲ ਛਕਾ ਰਿਹਾ ਜੀ। ਸਾਰੀ ਸੰਗਤ ਆਸ਼ੀਸ਼ ਕਰ ਉੱਠੀ। ਮਹਾਰਾਜ ਕਹਿੰਦੇ ਜਾਓ ਭਾਈ, ਤੁਸੀਂ ਆਪਦਾ ਕੰਮ ਕਰੋ। ਇਹ ਸਾਧੂ ਸੰਤ ਲੋਕ ਹੈ, ਤੁਸੀਂ ਇਹਦੀ ਸ਼ਿਕਾਇਤ ਮੇਰੇ ਕੋਲੋਂ ਲੈ ਕੇ ਆਏ ਹੋ। ਇਹਦੀ ਅਵਸਥਾ ਬਹੁਤ ਉੱਚੀ ਹੈ। ਤੁਹਾਡਾ ਕੰਮ, ਤੁਹਾਡੀ ਸੇਵਾ ਜੰਗ ਕਰਨਾ ਹੈ, ਤੁਸੀਂ ਜੰਗ ਕਰੋ। ਲੈ ਭਾਈ ਕਨ੍ਹਈਆ, ਹੁਣ ਤੋਂ ਬਾਅਦ ਜੇ ਕੋਈ ਜ਼ਖਮੀ ਹੋ ਕੇ ਡਿੱਗਿਆ ਹੋਏਗਾ, ਜ਼ਖਮ ਚੋਂ ਖੂਨ ਵਗਦਾ ਹੋਏਗਾ, ਤਾਂ ਮਲਮ ਤੇ ਪੱਟੀ, ਇਹ ਮਲਮ ਲਾ ਕੇ ਪੱਟੀ ਕਰ ਦਿਆ ਕਰੀ। ਰੈੱਡ ਕਰਾਸ ਸੇਵਾ ਸੁਸਾਇਟੀ ਭਾਈ ਕਨ੍ਹਈਆ ਜੀ ਦੀ ਯਾਦ ਵਿੱਚ ਅਜੇ ਵੀ ਚੱਲਦੀਆਂ ਨੇ। ਗੁਰੂ ਸਾਹਿਬ ਖੁਦ ਆਪ ਵੈਦ ਸਨ, ਬੜੇ ਉੱਤਮ ਹਕੀਮ ਸਨ। ਫਟੜ ਹੋਏ ਸਿੰਘ ਜਦ ਰਾਤ ਨੂੰ ਗੁਰੂ ਸਾਹਿਬ ਦੇ ਕੋਲ ਆਉਂਦੇ, ਮਹਾਰਾਜ ਉਹਨਾਂ ਦਾ ਪਤਾ ਲੈਂਦੇ, ਤਾਂ ਜਿਹੜੇ ਜ਼ਖਮੀ ਹੁੰਦੇ, ਕਿਰਪਾਨਾਂ ਦੇ ਸ਼ਸਤਰਾਂ ਦੇ ਫੱਟ ਲੱਗੇ ਹੁੰਦੇ, ਸਰੀਰ ਠੰਡਾ ਹੋਣ ਤੋਂ ਦਰਦ ਹੁੰਦੀ, ਤਾਂ ਗੁਰੂ ਸਾਹਿਬ ਉਹਨਾਂ ਨੂੰ ਗਰਮ ਗਰਮ ਕੜਾ ਪ੍ਰਸ਼ਾਦ ਛਕਾਉਂਦੇ। ਇੱਕ ਸਾਲ ਪੱਤਰ ਨਾਮੇ ਕੋਈ ਇਹੋ ਜਿਹੀ ਦਵਾਈ ਸੀਗੀ, ਪਤਾ ਨਹੀਂ ਕਿਸ ਤਰ੍ਹਾਂ ਦੀ ਹੋਏਗੀ, ਮਹਾਰਾਜ ਜਾਣਦੇ ਨੇ। ਹੁਣ ਆਪਾਂ ਤਾਂ ਉੱਥੇ ਹੈ ਨਹੀਂ ਸੀਗੇ। ਇਤਿਹਾਸ ਵਿੱਚ ਪੜ੍ਹਿਆ ਹੈ ਸਾਲ ਪੱਤਰ ਜਾਂ ਕੋਈ ਪੱਤਰਾ ਹੋਏਗਾ ਜਾਂ ਮਲਮ, ਗੁਰੂ ਸਾਹਿਬ ਜਾਣਦੇ ਨੇ ਸਾਲ ਪੱਤਰ ਆਇਆ ਹੈ। ਗੁਰੂ ਸਾਹਿਬ ਸਾਲ ਪੱਤਰ ਜ਼ਖਮ ਤੇ ਲਾਉਂਦੇ, ਜ਼ਖਮ ਠੰਡਾ ਹੋ ਜਾਂਦਾ, ਮੁੜ ਕੇ ਬਾਅਦ 'ਚ ਦਰਦ ਨਾ ਹੁੰਦੀ, ਚੀਸ ਨਾ ਪੈਂਦੇ। ਰਾਤ ਉਹਨਾਂ ਦੀ ਸੌਖੀ ਨਿਕਲਦੀ, ਸਵੇਰੇ ਉੱਠ ਕੇ ਨਹਾ ਧੋ ਕੇ ਫਿਰ 9 ਜ਼ਖਮ ਉਸੇ ਵਕਤ ਮਿਲ ਜਾਂਦਾ। ਇੰਨੀ ਗੁਰੂ ਮਹਾਰਾਜ ਦੀ ਕਿਰਪਾ ਸੀਗੀ। ਇਸ ਵਾਸਤੇ ਪਾਤਸ਼ਾਹ ਫਰਮਾਉਂਦੇ ਨੇ ਕਿ ਬੁਰੀ ਨਿਗਾਹ ਵੱਲ ਨਾ ਦੇਖੋ, ਆਪਦੀ ਨਿਗਾਹ ਨੂੰ ਸਵੱਲੀ ਬਣਾਓ। ਮਹਲਾ ਪੰਜਵਾ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਆੜਦਾਮ ਕੋਸ਼ਿਕ ਸ਼ਿਪਰੋ ਹੋਇਓ ਲਾਖੀਣਾ। ਬੁਰਨਾ ਤਰਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰਾ, ਭਇਓ ਗੁਨੀ ਗਹੀਰਾ। ਰਵਿਦਾਸ ਤੋਂ ਅੰਤਾ ਢੋਰ ਨੀਤ, ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਸੈਨ ਨਾਈ ਬਤਕਾਰੀਆਂ, ਉਹ ਘਰ ਘਰ ਸੁਣਿਆ।
ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿਦ ਸੁਣ ਕੇ ਜਟ ਰੋ ਉਠ ਭਗਤੀ ਲਗਾ। ਮਿਲੇ ਪ੍ਰਤਖ ਗੁਸਾਈਆਂ ਤੰਨਾ ਬੜ ਭਾਗਾ। ਇਹ ਜਿੰਨੇ ਵੀ ਸੰਤ ਭਗਤ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਸੈਣ ਜੀ, ਭਗਤ ਧੰਨਾ ਜੀ, ਸਭਨਾਂ ਨੇ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਜੋਤ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਤਾਣੀ ਫਿਟੇ ਵਾਂਗ ਕਹਿੰਦੇ ਸਭ ਜਗ੍ਹਾ ਤੇ ਗੋਬਿੰਦ ਹੀ ਗੋਬਿੰਦ ਦਾ ਵਾਸਾ ਹੈ। ਗੋਬਿੰਦ ਤੋਂ ਬਗੈਰ ਕੋਈ ਜਗ੍ਹਾ ਹੈ ਹੀ ਨਹੀਂ। ਇਨ੍ਹਾਂ ਸੰਤਾਂ ਭਗਤਾਂ ਨੇ ਸਭਨਾਂ ਦੇ ਵਿੱਚ ਗੋਬਿੰਦ ਦੀ ਜੋਤ ਦੇ ਦਰਸ਼ਨ ਕਰਦੇ ਆ। ਸਾਰਿਆਂ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ਿਆ। ਜਿਹੜੇ ਬ੍ਰਾਹਮਣ ਮੁਲਾਣੀ ਸਨ ਇਹਨਾਂ ਦੇ ਪਿੱਛੇ ਪੈ ਗਏ, ਪਰ ਇਹਨਾਂ ਆਪਦੇ ਮਿਸ਼ਨ ਤੋਂ ਟਸ ਤੋਂ ਮਸ ਨਹੀਂ ਹੋਣਾ ਕੀਤਾ। ਪ੍ਰਭੂ ਦਾ ਨਾਮ ਜਪਦੇ ਆ, ਸਰਬੱਤ ਦਾ ਭਲਾ ਕੀਤਾ। ਪਰ ਉਪਕਾਰ ਨੇ ਚਿਤਵਤ ਨਾ ਹੀ ਕਛ ਪੋਚ। ਇੱਕ ਵਾਰੀ ਦੀ ਗੱਲ ਹੈ ਕਿ ਸਿਖਰ ਦੁਪਹਿਰੇ ਨਾਮਦੇਵ ਜੀ ਨੇ ਮਸਾਂ ਹੀ ਅੱਗ ਬਾਲੀ। ਚੁੱਲ੍ਹੇ ਦੀ ਆਕੜਾ ਬਾਲਣੀ ਸੌਖੀ ਸੀ। ਅੱਜ ਕੱਲ੍ਹ ਤਾਂ ਗੈਸ ਤੇ ਪਤਾ ਹੀ ਨਹੀਂ ਚੱਲਦਾ। ਮੈਨੂੰ ਤਾਂ ਜਦ ਕੜਾਹ ਪ੍ਰਸ਼ਾਦ ਬਣਾਉਣਾ ਪੈਂਦਾ ਫਿਕਰ ਪੈ ਜਾਂਦਾ ਸੀ ਕਿ ਅੱਗ ਕਿਵੇਂ ਬਾਲਣੀ ਹੈ। ਧੂਆਂ ਰੋਲੀ, ਅੱਖਾਂ ਚੋਂ ਪਾਣੀ ਤੇ ਬੁਰੇ ਹਾਲ, ਬੌਂਕੀ ਦਿਹਾੜੇ। ਤੇ ਜੇ ਅੱਗ ਨਾ ਬਾਲਣੀ, ਫੂਕ ਪਾਣੀ, ਸਾਰੀ ਸਵਾਹ ਘਿਓ 'ਚ ਪੈ ਜਾਣੀ। ਦੁਬਾਰਾ ਤੋਂ ਫਿਰ ਘਿਓ ਕੱਢ ਕੇ ਉਹਨੂੰ ਪਾਉਣਾ, ਸਵਾਹ ਵਿੱਚੋਂ ਕੱਢਣੀ, ਬੜੀ ਮੁਸ਼ਕਿਲ। ਤੇ ਅੱਜ ਕੱਲ੍ਹ ਤਾਂ ਮਹਾਰਾਜ ਦੀ ਕਿਰਪਾ, ਇੰਨੇ ਸਿਸਟਮ ਹਾਈ ਫਾਈ ਨੇ, ਭਾਵਾਂ ਦੇ ਨਾਲ ਹੀ ਸਭ ਕੁਝ ਹੋ ਰਿਹਾ। ਪਤਾ ਨਹੀਂ ਚੱਲਦਾ ਕਿ ਕਦੋਂ ਅੱਗ ਬੜੀ ਤੇ ਕਦੋਂ ਚੀਜ਼ ਬਣ ਗਈ। ਭਗਤ ਨਾਮਦੇਵ ਜੀ ਨੇ ਪ੍ਰਸ਼ਾਦੇ ਪਕਾਏ। ਪ੍ਰਸ਼ਾਦੇ ਪਕਾ ਕੇ ਸਿੱਕੂ ਦੇ ਵਿੱਚ, ਚੰਗੀਰ ਵਿੱਚ ਰੱਖੀ ਗਏ। ਪਿੱਛੋਂ ਕੁੱਤਾ ਆਇਆ ਤੇ ਉਹਨੇ ਸਾਰੇ ਆਪਦੇ ਮੂੰਹ ਦੇ ਵਿੱਚ ਲਏ ਤੇ ਜਿਉਂ ਦੌੜਿਆ, ਜਿਉਂ ਦੌੜਿਆ। ਨਾਮਦੇਵ ਜੀ ਉਹਦੇ ਵੱਲ ਵੇਖਦੇ ਰਹਿ ਗਏ। ਸੋਚਿਆ ਮਨਾ ਚੋਪੜੇ ਤਾਂ ਹੈ ਨਹੀਂ ਸਨ। ਘਿਓ ਦਾ ਕੁੱਜਾ ਫੜਿਆ, ਮੱਖਣ ਵਾਲਾ, ਘਿਓ ਵਾਲਾ ਕੁੱਜਾ ਲੈ ਕੇ ਪਿੱਛੇ ਪਿੱਛੇ ਦੌੜੀ ਗਏ। ਸੀ ਉਹ ਕੁੱਤਾ ਤੇ ਵੇਖ ਲਈ ਵਾਹਿਗੁਰੂ ਜੀ ਦੀ ਜੋਤ ਉਸ ਵਿੱਚੋਂ। ਕਹਿਣ ਲੱਗੇ, ਰੱਬ ਜੀ, ਇਹ ਪ੍ਰਮਾਤਮਾ ਜੀ, ਠਹਿਰ ਜਾਓ। ਆਪ ਜੀ ਮੈਨੂੰ ਚੋਪੜ ਲੈਣ ਦਿਓ। ਨਹੀਂ ਕਾਹਦੀ ਕਾਹਲੀ ਹੈ ਜੀ, ਮੈਂ ਤੁਹਾਨੂੰ ਚੋਪੜ ਕੇ ਖੁਦ ਆਪ ਸਿਖਾਉਂਦਾ ਹਾਂ। ਤੁਸੀਂ ਇੰਨੀ ਜਲਦੀ ਸਾਰੇ ਹੀ ਲੈ ਕੇ ਦੌੜ ਪਏ। ਕੁੱਤਾ ਅੱਗੇ ਅੱਗੇ, ਨਾਮਦੇਵ ਜੀ ਪਿੱਛੇ ਪਿੱਛੇ। ਆਵਾਜ਼ਾਂ ਮਾਰੀ ਗਏ। ਕਾਫੀ ਚਿਰ ਦੌੜਾਉਣ ਤੋਂ ਬਾਅਦ ਜਦੋਂ ਨਾਮਦੇਵ ਜੀ ਥੱਕ ਗਏ, ਹੰਭ ਗਏ, ਉਹ ਕੁੱਤਾ ਖਲੋ ਗਿਆ। ਤੇ ਜਦ ਨਾਮਦੇਵ ਜੀ ਨਜ਼ਦੀਕ ਪਹੁੰਚੇ ਤੇ ਮਹਾਰਾਜ ਨੇ ਸਾਖਿਆਤਕਾਰ ਹੋ ਕੇ, ਪ੍ਰਗਟ ਹੋ ਕੇ ਕੁੱਤੇ ਦੇ ਵਿੱਚੋਂ ਭਗਵਾਨ ਨੇ ਦਰਸ਼ਨ ਦਿੱਤੇ। ਜਿਵੇਂ ਧੰਨੇ ਨੇ, ਪੱਥਰ 'ਚ ਰੱਬ ਨਹੀਂ ਸੀਗਾ, ਪਰ ਉਹਦੀ ਭਾਵਨਾ ਸੀਗੀ। ਉਹਦੇ ਗੁਰੂ ਨੇ ਜੋ ਆਖਿਆ ਵੀ ਇਹ ਠਾਕੁਰ ਹੈ, ਤਾਂ ਪੱਥਰ ਪਾੜ ਕੇ ਭਗਵਾਨ ਪ੍ਰਗਟ ਹੋਇਆ। ਥੰਮ ਦੇ ਵਿੱਚ ਰੱਬ ਨਹੀਂ ਸੀਗਾ ਤੇ ਪਰ ਪ੍ਰਹਿਲਾਦ ਦਾ ਭਰੋਸਾ ਸੀ। ਹਰਨਾਕਸ਼ ਨੇ ਵੀ ਭਾਵਨਾ ਕੀਤੀ ਕਿ ਥੰਮ ਦੇ ਵਿੱਚੋਂ ਮੈਨੂੰ ਦਿਖਿਆ, ਤਾਂ ਥੰਮ ਪਾੜ ਹਰ ਪ੍ਰਗਟਿਆ, ਨਰਸਿੰਘ ਰੂਪ ਅਨੂਪ ਜੁਗਾਰ। ਇਹ ਤਾਂ ਸਾਰਿਆਂ 'ਚ ਵਾਹਿਗੁਰੂ ਦੀ ਜੋਤ, ਪਰ ਕੁੱਤਾ ਤਾਂ ਕੁੱਤਾ ਹੀ ਹੈ। ਨਾਮਦੇਵ ਦੀ ਭਾਵਨਾ ਹੋਈ ਤੇ ਮਨ ਨੇ ਕੁੱਤੇ 'ਚੋਂ ਪ੍ਰਗਟ ਹੋ ਕੇ ਦਰਸ਼ਨ ਦਿੱਤੇ। ਆਖਿਆ, ਨਾਮਦੇਵ ਤੂੰ ਬਹੁਤ ਤੰਗ ਕੀਤਾ, ਬੜਾ ਦੁਖੀ ਕੀਤਾ। ਕਹਿੰਦੇ, ਮਹਾਰਾਜ ਤੂੰ ਤਾਂ ਹਮੇਸ਼ਾ ਸੱਚ ਹੀ ਬੋਲਦਾ ਹੈ। ਗਲਤੀ ਗਰੀਬ ਬੰਦੇ ਦੀ ਹੁੰਦੀ ਹੈ, ਵੱਡੇ ਬੰਦੇ, ਅਮੀਰ ਬੰਦੇ ਥੋੜ੍ਹਾ ਗਲਤੀ ਨਿਕਲਦੀ ਹੈ। ਕਿਤੇ ਵੀ ਦੇਖ ਲਓ
ਤੇ ਗਲਤੀ ਮੰਨਣੀ ਚਾਹੀਦੀ ਹੈ ਕਿ ਠੀਕ ਮਹਾਰਾਜ ਮੈਂ ਤੰਗ ਕੀਤਾ, ਤੁਸੀਂ ਸੱਚ ਬੋਲਦੇ ਹੋ। ਪਰ ਇੱਕ ਗੱਲ ਦੱਸੋ, ਕਿੰਨੀ ਮੁਸ਼ਕਲ ਦੇ ਨਾਲ ਮੈਂ ਅੱਗ ਬਾਲੀ, ਆਟਾ ਗੁੰਨਿਆ, ਆਪੇ ਹੀ ਅੱਗ ਬਾਲੀ, ਆਪੇ ਹੀ ਆਟਾ ਗੁੰਨਿਆ, ਆਪੇ ਹੀ ਰੋਟੀਆਂ ਪਕਾਈਆਂ। ਇਕੱਲੇ ਬੰਦੇ ਨੂੰ ਕਿੰਨਾ ਔਖਾ ਹੈ। ਤੇ ਕਿੰਨਾ ਵੇਖੋ ਮਹਾਰਾਜ ਨੂੰ ਮੁੜਕਾ ਆਇਆ ਤੇ ਮੇਰੀ ਕਿੰਨੀ ਦੌੜ ਤੁਸੀਂ ਲਵਾਈ। ਇੰਨੀ ਕਾਹਲੀ ਖਾਲੀ ਪਈ ਸੀ। ਤੁਸੀਂ ਦੱਸੋ ਵੀ ਤੰਗ ਮੈਂ ਕੀਤਾ ਕਿ ਤੁਸੀਂ ਕੀਤਾ? ਮੈਂ ਨਹੀਂ ਕਹਿੰਦਾ। ਕਿੰਨੀ ਵੇਖੋ ਮੇਰੀ ਦੌੜ ਲਵਾਈ। ਇੰਨੀ ਕੁ ਗੱਲ ਸੀਗੀ, ਆ ਲੋ ਘਿਓ ਦਾ ਕੁਝਾ, ਜੇ ਬਹੁਤੀ ਜਲਦੀ ਹੈ ਤੇ ਮੈਨੂੰ ਨਹੀਂ ਚੋਪੜਨ ਦੇਣਾ, ਤੁਸੀਂ ਆਪੇ ਚੋਪੜੋ ਤੇ ਆਪੇ ਖਾਓ, ਪਰ ਸੁੱਕੀਆਂ ਦਿਨਾਂ ਨਾ ਖਾਓ। ਹਰ ਰੋਜ਼ ਮੈਂ ਆਪ ਨੂੰ ਚੋਪੜ ਕੇ ਭੋਗ ਲਵਾਉਂਦਾ, ਅੱਜ ਤੁਸੀਂ ਸੁੱਕੇ ਪ੍ਰਸ਼ਾਦੇ ਛਕਣ ਲੱਗ ਪਏ। ਕਹਿੰਦੇ ਨਾਮਦੇਵ ਤੋਂ ਧੰਨ ਹੈ, ਘੁੱਟ ਕੇ ਛਾਤੀ ਨਾਲ ਲਾਇਆ। ਉਹ ਇਸ ਤਰ੍ਹਾਂ ਇਹ ਭਾਵਨਾ ਦੀ ਬਾਤ ਹੈ। ਸਤਿਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਇਹ ਮੇਰੇ ਨੇਤਰੋ, ਤੁਸੀਂ ਐਸੀ ਭਾਵਨਾ ਬਣਾਉਣੀ ਕਰੋ। ਹਰ ਤੁਮ ਜੋਤ ਧਰੀ, ਹਰੀ ਪਰਮੇਸ਼ਰ ਨੇ ਜੀ ਵੇਖਣ ਵਾਸਤੇ ਤੁਹਾਡੇ ਵਿੱਚ ਆਪਣੀ ਜੋਤ ਰੱਖੀ ਹੈ, ਆਪਣੇ ਪ੍ਰਕਾਸ਼ ਰੂਪੀ ਜੋਤ ਰੱਖੀ ਹੈ। ਹਰ ਬਿਨ ਅਵਰ ਨ ਦੇਖੋ ਕੋਈ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਹਰੀ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਕਿਸੇ ਵੱਲ ਮੰਦ ਦ੍ਰਿਸ਼ਟੀ ਨਾਲ ਨਾ ਦੇਖੋ। ਦੇਖ ਭਲਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਮਖਾਣ। ਆਪਦੇ ਪਰਿਵਾਰ ਨੂੰ ਸਮਝ ਕੇ ਪਰਿਵਾਰ ਦੇ ਮੈਂਬਰਾਂ ਵਰਗੀ ਭਾਵਨਾ ਹੀ ਰੱਖ ਲਓ। ਜੇ ਨਹੀਂ ਰੱਬ ਵੇਖਣਾ, ਨਹੀਂ ਤਾਂ ਪਰਮਾਤਮਾ ਦੀ ਜੋਤ ਵੇਖ ਕੇ ਉਹਦੇ ਦਰਸ਼ਨ ਕਰੋ। ਸਾਰਿਆਂ ਵਿੱਚ ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਵਿਕਾਰ ਵਾਲੀ ਦ੍ਰਿਸ਼ਟੀ ਨਾਲ ਨਾ ਦੇਖਿਆ ਕਰੋ। ਸਾਰਿਆਂ ਦੇ ਸਰੀਰ ਇੱਕ ਜੈਸੇ ਨੇ, ਤੇ ਇਸ ਵਾਸਤੇ ਆਪਦੀ ਦ੍ਰਿਸ਼ਟੀ ਨੂੰ ਸਵਾਰਨਾ ਕਰੋ। ਹਰ ਬਿਨ ਅਵਰ ਨਾ ਦੇਖੋ ਕੋਈ। ਤੁਹਾਨੂੰ ਚਾਹੀਦਾ ਹੈ ਕਿ ਵਿਕਾਰੀ ਭਾਵਨਾ ਨਾਲ ਤਾਂ ਕੀ ਦੇਖਣਾ, ਤੁਸੀਂ ਰੱਬ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਜਾਂ ਅਵਰਨ ਦੇ ਪਰਦੇ ਕਾਰਨ ਕੋਈ ਦੂਸਰੀ ਚੀਜ਼ ਨਾ ਦੇਖਿਆ ਕਰੋ। ਬਾਣੀ ਦੇ ਵਿੱਚ ਤਾਂ ਗੁਰੂ ਜੀ ਦੇ ਚਰਨਾਂ ਵਿੱਚ ਐਸੀ ਅਰਦਾਸ ਕਰਨ ਦਾ ਮਨ ਨੇ ਤਰੀਕਾ ਦੱਸਿਆ, ਜੇ ਤੂੰ ਟੁੱਟਾ ਕਿਰਪਾ ਨਿਧਾਨ, ਨਾ ਦੂਜਾ ਦੇਖਾਲ, ਨਾ ਦੂਜਾ ਵੇਖਾਲ। ਇਹ ਪਾਈ ਮੁੰਦਾ ਤੜੀ ਨਿਧ ਹਿਰਦੈ ਰਖਾ ਸੰਭਾਲ। ਇਹ ਵਾਹਿਗੁਰੂ ਜੀ, ਜੇ ਤੂੰ ਸਾਡੇ ਦੇ ਟੁੱਟਿਆ ਤੇ ਸਾਨੂੰ ਕੋਈ ਦੂਈ ਦਵੈਰ ਦੀ ਭਾਵਨਾ ਪਾਲਣਾ ਨਾ ਦਿਖਾ। ਆਪ ਤੋਂ ਬਗੈਰ ਕਿਸੇ ਹੋਰ ਦੂਜੇ ਦੇ ਦਰਸ਼ਨ ਨਾ ਕਰਾਈ। ਅਸੀਂ ਤਾਂ ਤੈਨੂੰ ਹੀ ਦੇਖਣਾ ਚਾਹੁੰਦੇ ਹਾਂ। ਦਰਸ਼ਨ ਦੇਖ ਜੀ ਮਨ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇੱਕ ਭਗਤ ਸੂਰਦਾਸ ਜੀ ਹੋਏ ਨੇ, ਨੇਤਰਾਂ ਤੋਂ ਮੁਨਾਖੇ ਹੋਏ ਹਨ, ਤੇ ਉਹਨਾਂ ਦੀ ਇੱਕ ਪਾਵਨ ਪੰਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਛੋੜ ਮਨ ਹਰ ਵਿਮੁਖਣ ਪੁਰ ਸੰਗ। ਬਸ ਇਸ ਤੋਂ ਅੱਗੇ ਉਹਨਾਂ ਦੀ ਸਮਾਧੀ ਲੱਗ ਗਈ। ਫਿਰ ਸਾਰੇ ਮਹੱਲਾ ਪੰਜਵਾਂ ਸੂਰਦਾਸ। ਇਸ ਲੇਖ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਸ਼ਬਦ ਉਚਾਰ ਕੇ ਭਗਤ ਸੂਰਦਾਸ ਨੂੰ ਸਿਰੋਂ ਪਾ ਦਿੱਤਾ। ਜਦ ਸਮਾਧੀ ਖੁੱਲੀ ਤਾਂ ਮਲਾਰ ਲੱਗ ਚੱਲ ਰਿਹਾ ਸੀਗਾ, ਤੇ ਇਸ ਲਈ ਬਾਕੀ ਦਾ ਸ਼ਬਦ ਭਾਈ ਬੰਨੂ ਦੀ ਭੀੜ ਵਿੱਚ ਹੈ। ਇਹ ਪਹਿਲਾਂ ਚੰਗੇ ਭਲੇ ਸਨ, ਸਭ ਕੁਝ ਇਹਨਾਂ ਨੂੰ ਦਿਖਦਾ ਸੀਗਾ, ਤੇ ਇੱਕ ਵੇਸਵਾ ਤੇ ਇਹਨਾਂ ਦੀ ਨਿਗਾਹ ਟਿਕ ਗਈ। ਉਹਦੇ ਮਿਲਾਪ ਵਾਸਤੇ ਅੱਧੀ ਰਾਤ ਇਹ ਆਪਦੇ ਵੱਲੋਂ ਰੱਸਾ ਫੜ ਕੇ ਜਿਹੜੀ ਬਾਰੀ ਖੁੱਲੀ ਸੀ ਉਹਦੇ ਤਾਣੀ ਅੰਦਰ ਜਦ ਗਏ, ਉਹ ਵੇਖ ਕੇ ਡੌਰ ਭਰੀ ਜੀ ਹੋ ਗਈ, ਘਬਰਾ ਗਈ। ਇਹ ਬੰਦਾ ਕਿੱਧਰੋਂ ਆ ਗਿਆ? ਪੁੱਛਣ ਲੱਗੀ ਵੀ ਤੂੰ ਕਿੱਥੋਂ ਆਇਆ, ਕਿਵੇਂ ਚੜਿਆ ਹੈ? ਕਹਿਣ ਲੱਗਾ ਤੂੰ ਆਪੇ ਤਾਂ ਮੇਰੇ ਲਈ ਬਾਰੀ ਖੁੱਲੀ ਛੱਡੀ ਸੀਗੀ ਰਾਤ ਨੂੰ ਕਿ ਮੈਂ ਆ ਜਾਵਾਂ, ਤੇ ਤੂੰ ਆਪ ਹੀ ਤਾਂ ਰੱਸਾ ਲਮਕਾਇਆ। ਕਹਿੰਦੀ ਮੈਂ ਤਾਂ ਕੋਈ ਰੱਸਾ ਨਹੀਂ ਲਮਕਾਇਆ। ਕਿਹੜੇ ਰੱਸੇ ਨੂੰ ਫੜ ਕੇ ਆਇਆ? ਦਿਖਾ ਤਾਂ ਸਹੀ। ਦੀਵਾ ਕਰਕੇ ਦੇਖਿਆ ਤਾਂ ਸੱਪ ਸੀਗਾ, ਉਹਨੇ ਲਾਣਤਾਂ ਪਾਈਆਂ। ਕਹਿਣ ਲੱਗੀ
कि जिन्नी मशक्कत तू मेरे मिलाप वास्ते की है, ਵੇਖ ਸੱਪ ਤੋਂ ਵੀ ਨਹੀਂ ਡਰਿਆ, ਸੱਪ ਨੂੰ ਫੜ ਕੇ ਉੱਪਰ ਨੂੰ ਚੜ੍ਹ ਆਇਆ। ਜੇ ਤੂੰ ਇੰਨੀ ਮਸ਼ੱਕਤ ਇੰਨੀ ਮਿਹਨਤ ਰੱਬ ਵਾਲੇ ਪਾਸੇ ਕਰਦਾ ਤਾਂ ਸ਼ਾਇਦ ਖਬਰਿਆ ਤੈਨੂੰ ਰੱਬ ਹੀ ਮਿਲ ਪੈਂਦਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਉਸੇ ਵਕਤ ਕਹਿੰਦੇ ਉਹ ਇਹ ਤਾਂ ਗਲਤੀ ਹੋ ਗਈ, ਮਨ ਚ ਵਿਰਾਗ ਆ ਗਿਆ। ਉਹਨਾਂ ਨੇ ਗਰਮ ਸਲਾਈਆਂ ਫੜੀਆਂ, ਅੱਗ ਦੇ ਨਾਲ ਗਰਮ ਕਰਕੇ ਉਸੇ ਵਕਤ ਹੀ ਆਪਣੀਆਂ ਅੱਖਾਂ 'ਚ ਫੇਰ ਲਈਆਂ। ਕਹਿੰਦੇ ਸਾਰਾ ਹੀ ਬੜਾ ਅੱਖਾਂ ਦਾ ਹੈ। ਇਹਨੇ ਬੜਾ ਬੁਰੀ ਦ੍ਰਿਸ਼ਟੀ ਕਿਉਂ ਕੀਤੀ? ਅੱਜ ਤੋਂ ਬਾਅਦ ਕਿਸੇ ਨੂੰ ਵੇਖਣਾ ਹੀ ਨਹੀਂ, ਇੱਕ ਰੱਬ ਨੂੰ ਦੇਖਾਂਗੇ, ਜਿੱਦਣ ਮਿਲਿਆ ਉਹਦੇ ਦਰਸ਼ਨ ਕਰਾਂਗੇ। ਇਹ ਮਾਲਾ ਫੜ ਕੇ ਜਿਉਂ ਵਾਹਿਗੁਰੂ ਦਾ ਨਾਮ ਜਪਿਆ ਤੇ ਪ੍ਰਭੂ ਪਰਮਾਤਮਾ ਨੂੰ ਪ੍ਰਸੰਨ ਕਰ ਲਿਆ। ਮਹਾਰਾਜ ਦੇ ਦਰਸ਼ਨ ਹੋਏ। ਆਖਿਆ ਦੱਸ ਕੀ ਚਾਹੁੰਦਾ ਹੈ? ਕਹਿੰਦਾ ਸੱਚੇ ਪਾਤਸ਼ਾਹ ਆਪ ਦਰਸ਼ਨ ਬਖਸ਼ੋ। ਕਹਿੰਦੇ ਦਰਸ਼ਨ ਦੇਣ ਲਈ ਤਾਂ ਮੈਂ ਆਇਆ, ਅੱਖਾਂ ਖੋਲ। ਜਦ ਅੱਖਾਂ ਖੋਲ ਕੇ ਵੇਖਿਆ ਦਿਸਣ ਲੱਗ ਪਿਆ। ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ। ਕਹਿੰਦੇ ਕੁਝ ਹੋਰ ਮੰਗ ਲਾ। ਕਹਿੰਦੇ ਬਸ ਇੰਨਾ ਹੀ ਬਹੁਤ ਹੈ ਜੀ, ਮੈਨੂੰ ਦਰਸ਼ਨ ਦੇ ਕੇ ਮੇਰਾ ਮਨੁੱਖਾ ਜਨਮ ਆਪਣੇ ਸਫਲ ਕਰ ਦਿੱਤਾ। ਕਹਿੰਦੇ ਨਹੀਂ ਕੁਝ ਨਾ ਕੁਝ ਤਾਂ ਮੰਗ। ਕਹਿੰਦੇ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਮੈਂ ਕੁਝ ਹੋਰ ਮੰਗਾ ਤੇ ਮੇਰੀ ਕੋਈ ਬੇਨਤੀ ਹੈ ਕਿ ਹੁਣ ਜਾਂਦੀ ਬਾਕੀ ਇਹ ਮੇਰੀਆਂ ਅੱਖਾਂ ਉਸੇ ਤਰ੍ਹਾਂ ਹੀ ਬੰਦ ਕਰ ਦਿਓ, ਮੈਨੂੰ ਅੰਨ੍ਹਿਆ ਕਰ ਦਿਓ, ਮੈਨੂੰ ਦਿਸੇ ਨਾ। ਕਹਿੰਦੇ ਇਹ ਕਿਵੇਂ ਹੋ ਸਕਦਾ? ਹੁਣੇ ਹੁਣੇ ਤਾਂ ਤੈਨੂੰ ਨਿਗਾਹ ਦਿੱਤੀ। ਕਹਿੰਦੇ ਨਹੀਂ ਮਹਾਰਾਜ, ਜੇ ਤੂੰ ਤੁਠਾ ਕਿਰਪਾ ਨਿਦਾਨ ਇੰਨਾ ਹੀ ਅੱਗੇ ਪੁਆੜੇ ਪਾਏ ਤੇ ਮੇਰਾ ਜੀਵਨ ਬੁਰਾ ਬਣਾਇਆ, ਜੇ ਤੂੰ ਮੇਰੇ ਤੇ ਪ੍ਰਸੰਨ ਹੈ, ਇਹਨਾਂ ਅੱਖਾਂ ਨੇ ਤੇਰੇ ਦਰਸ਼ਨ ਕਰ ਲਏ ਨੇ, ਤੇਰੇ ਤੋਂ ਬਗੈਰ ਕਿਸੇ ਨੂੰ ਵੇਖਣ ਹੀ ਨਾ। ਗੱਜ ਕੇ ਆਖੋ ਸਤਨਾਮ। ਇਹਨਾਂ ਨੂੰ ਬੰਦ ਹੀ ਕਰ ਦੇ, ਅੰਨ੍ਹਿਆ ਕਰ ਦੇ। ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ, ਇਹ ਪਾਈ ਮੁੰਡਾ ਤੜੀ ਨੇ ਤੇ ਹਿਰਦਾ ਰੱਖਾ ਸੰਭਾਲ। ਹਿਰਦੇ ਤੇਰਾ ਨਾਮ ਚੱਲਦਾ ਰਹੇ, ਅੱਖਾਂ ਨਾਲ ਤੇਰੇ ਦਰਸ਼ਨ ਕਰਦੀ ਰਹੀ ਹੈ। ਇਹ ਸੱਚੇ ਪਾਤਸ਼ਾਹ ਇਹ ਤੇਰੇ ਚਰਨਾਂ ਵਿੱਚ ਅਰਦਾਸ ਹੈ। ਇੱਕ ਅਵਸਥਾ ਦਾ ਨਾਮ ਹੈ ਸਾਧ ਸੰਗਤ ਜੀਓ। ਭਾਵੇਂ ਭਗਤ ਸੂਰਦਾਸ ਨੇ ਇਹ ਬੇਨਤੀ ਕਰਕੇ ਮਹਾਰਾਜ ਦੇ ਕੋਲੋਂ ਨਿਗਾਹ ਫੇਰ ਸੋ ਵਾਪਸ ਕਰ ਦਿੱਤੀ, ਫਿਰ ਉਸੇ ਤਰ੍ਹਾਂ ਹੀ ਹੋ ਗਏ। ਪਰ ਗੁਰੂ ਸਾਹਿਬ ਦਾ ਉਪਦੇਸ਼ ਹੈ, ਕਹਿੰਦੀ ਅੰਤਰ ਗੁਰ ਆਰਾਧਨਾ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ। ਨੇਤਰੀ ਸਤਿਗੁਰ ਦੇਖਣਾ, ਸਰਵਣੀ ਸੁਰਨਾ ਗੁਰ ਨਾਮ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਤ ਦੇ, ਜਗ ਮੈਂ ਉਤਮ ਕਾਢੀਆ ਹੈ। ਗੱਲੇ ਕੇਈ ਕੇ ਹਿਰਦੇ ਨਾਲ ਵਾਹਿਗੁਰੂ ਦਾ ਨਾਮ ਕਰੋ, ਨੇਤਰਾਂ ਦੇ ਨਾਲ ਵਾਹਿਗੁਰੂ ਜੀ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਮਹਾਰਾਜ ਦਾ ਨਾਮ ਸੁਣੋ। ਜੇ ਇਸ ਤਰ੍ਹਾਂ ਨਾਮ ਦੇ ਵਿੱਚ ਰਤੇ ਰਹੋਗੇ ਤਾਂ ਸੱਚੀ ਦਰਗਾਹ ਦੇ ਵਿੱਚ ਤੁਹਾਨੂੰ ਬੈਠਣ ਵਾਸਤੇ ਜਗ੍ਹਾ ਮਿਲੇਗੀ। ਸੋ ਇਸ ਤਰ੍ਹਾਂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਇਹ ਮੇਰੇ ਨੇਤਰੋ, ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕਿਸੇ ਦੂਸਰੀ ਚੀਜ਼ ਨੂੰ ਨਾ ਦੇਖਿਆ ਕਰੋ। ਜਿਸ ਨਦਰੀ ਪਰਮੇਸ਼ਰ ਨੇ, ਹਰੀ ਨੇ ਦ੍ਰਿਸ਼ਟੀ ਕਰਕੇ ਇਹ ਸਾਰਿਆਂ ਨੂੰ ਵੇਖਿਆ, ਜਾਂ ਜੋ ਵੇਖਣ ਵਾਲਾ ਕਿਰਪਾ ਕਰਨ ਵਾਲਾ ਪਰਮੇਸ਼ਰ ਹੈ, ਕੇਵਲ ਉਸ ਦੀ ਜੋਤ ਨੂੰ ਹੀ ਸਾਰਿਆਂ ਵਿੱਚ ਨਿਹਾਲਿਆ ਤੁਹਾਨੂੰ ਵੇਖਣਾ ਚਾਹੀਦਾ ਹੈ। ਸੋ ਇਸੇ ਪ੍ਰਕਾਰ ਹਰ ਬਿਨ ਅਵਰ ਨਾ ਦੇਖੋ ਕੋਈ, ਹਰੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਤੋਂ ਬਗੈਰ ਹੋਰ ਕਿਸੇ ਨੂੰ ਨਾ ਦੇਖੋ। ਨਦਰੀ ਹਰ ਨੇ ਹਾਲਿਆ, ਜਿਸ ਉੱਤੇ ਨਦਰੀ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ, ਉਹਨੇ ਸਾਰਿਆਂ ਦੇ ਅੰਦਰ ਹਰੀ ਨੂੰ ਵੇਖਣਾ ਕੀਤਾ। ਜਾਂ ਜੋ ਨਦਰੀ ਗਿਆਨ ਦ੍ਰਿਸ਼ਟੀ ਵਾਲੇ ਸਤਿਗੁਰੂ ਜੀ ਨੇ, ਉਹਨਾਂ ਸਤਿਗੁਰਾਂ ਨੂੰ ਜਿਸ ਨੇ ਹਰੀ ਦਾ ਰੂਪ ਕਰਕੇ ਵੇਖਿਆ, ਉਸਨੇ ਵਾਹਿਗੁਰੂ ਨੂੰ ਸਾਰਿਆਂ ਦੇ ਅੰਦਰ ਵੇਖਣਾ ਕੀਤਾ। ਵਾਹਿਗੁਰੂ 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 ਜੀਓ। ਜਦ ਵੀ ਮਹਾਰਾਜ ਦਾ ਵਾਹਿਗੁਰੂ ਨਾਮ ਜਪਣਾ ਤਾਂ ਅੱਖਾਂ ਦੇ ਅੱਗੇ ਵਾਵੇ ਕਰਨਾ, ਹਾਹੇ ਸਿਆਰੀ ਗੱਗੀ ਔਂਕੜ ਰਾਰੇ ਦਲੰਕੜ।
ਇਸ ਤਰ੍ਹਾਂ ਮਹਾਰਾਜ ਦੇ ਨਾਮ ਨੂੰ ਅੱਖਾਂ ਅੱਗੇ ਰੱਖਣਾ। ਫਿਰ ਅਰਥਾਂ ਦੇ ਵਿੱਚ ਵਾਹੀ ਨਾਮ ਅਚਰਜ ਕੋ ਹੋਈ, ਅਚਰਜ ਦੀ ਪਰਵਤ ਨਾ ਕੋਈ। ਗੋ ਨਾਮ ਅੰਧਕਾਰ ਕੋ ਜਾਨੋ, ਰੂਹ ਨਾਮ ਪ੍ਰਕਾਸ਼ ਉਠਾਨੋ। ਇਹ ਵਾਹਿਗੁਰੂ ਤੂੰ ਅਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨੇ ਵਾਲਾ ਮੇਰੇ ਹਿਰਦੇ ਵਿੱਚੋਂ ਵੀ ਅਗਿਆਨ ਦਾ ਹਨੇਰਾ ਦੂਰ ਕਰ, ਗਿਆਨ ਦਾ ਪ੍ਰਕਾਸ਼ ਕਰਕੇ ਵਾਹਿ ਨਾਮ ਹੈ ਅਸਰਜ ਸਰੂਪ ਦਾ, ਆਪਣਾ ਅਸਰਜ ਸਰੂਪ ਪ੍ਰਗਟ ਕਰ। ਇਹ ਅਰਥਾਂ ਦੇ ਵਿੱਚ ਧਿਆਨ ਜੋੜਨਾ, ਅੱਖਾਂ ਦੇ ਅੱਗੇ ਸੋ ਮਹਾਰਾਜ ਦੇ ਨਾਮ ਨੂੰ ਰੱਖਣਾ, ਕਿਸੇ ਹੋਰ ਵੱਲ ਨਿਗਾਹ ਨਾ ਕਰਨੀ। ਜਿੱਧਰ ਵੀ ਵੇਖਣਾ ਵਾਹਿਗੁਰੂ ਵਾਹਿਗੁਰੂ ਨੂੰ ਹੀ ਵੇਖਣਾ। ਸੋ ਮਹਾਰਾਜ ਦੇ ਪ੍ਰਕਾਸ਼ ਦੇ ਦਰਸ਼ਨ ਕਰਨੇ। ਜੇ ਗਿਆਨ ਪ੍ਰਗਾਸ ਅਗਿਆਨ ਮਿਟੰਦ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਪਾਵਨ ਸਰੂਪ ਨੂੰ ਨੇਤਰਾਂ ਦੇ ਅੱਗੇ ਰੱਖਣਾ। ਇਹ ਗੁਰਮੁਖਾਂ ਦੀ ਅਵਸਥਾ ਹੈ। ਸੋ ਗੁਰੂ ਸਾਹਿਬ ਨੇ ਇਹ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਿਆ ਹੈ, ਹਰੀ ਦਾ ਰੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਸੋ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਹੈ। ਇਉਂ ਵਾਹੂ ਵਾਹੂ ਬਾਣੀ ਨਿਰੰਕਾਰ ਹੈ, ਤਿਸ ਜੀਵੜ ਜਬਰ ਨਾ ਕੋਏ। ਬਾਣੀ ਨੂੰ ਨਿਰੰਕਾਰ ਰੂਪ ਕਰਕੇ ਦੇਖਣਾ। ਇਹੋ ਇਸ ਸੰਸਾਰ ਤੁਮ ਦੇਖਦੇ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਇੱਕ ਵਾਰ ਸੰਤ ਗੁਰਬਚਨ ਸਿੰਘ ਜੀ ਖਾਲਸਾ ਦੇ ਨਾਲ ਆਪ ਦੀ ਅਵਸਥਾ ਸਾਂਝੀ ਕੀਤੀ ਕਿ ਇਹ ਮਹਾਂਪੁਰਖੋ ਸੰਤ ਜੀ, ਜਦ ਵੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਹਾਂ, ਮਹਾਰਾਜ ਦੀ ਪੋਥੀ ਸਾਹਿਬ ਤੋਂ ਵੀ, ਤੇ ਮੈਨੂੰ ਹਨੇਰੇ ਵਿੱਚ ਵੀ ਗੁਰਬਾਣੀ ਦੇ ਅੱਖਰ ਜਿਹੜੇ ਜਗਦੇ ਦਿਖਦੇ ਨੇ। ਲਾਈਟ ਜਗਾਉਣ ਦੀ ਲੋੜ ਨਹੀਂ ਪੈਂਦੀ, ਪ੍ਰਕਾਸ਼ ਦਿਖਦਾ ਹੈ। ਕਹਿੰਦੇ ਫਿਰ ਰਾਤ ਨੂੰ ਆ ਕੇ ਪੜ੍ਹ ਕੇ ਸੁਣਾਈ। ਅੱਧੀ ਰਾਤ ਬੁਲਾਇਆ, ਸਾਰੇ ਦੀਵੇ ਬੁਝਾ ਦਿੱਤੇ। ਕਹਿੰਦੇ ਹੁਣ ਹਨੇਰੇ 'ਚ ਪੜ੍ਹ ਕੇ ਸੁਣਾ। ਐ ਫਟਾਫਟ ਬਾਣੀ ਪੜ੍ਹੀ ਗਈ। ਇਹ ਕਹਿੰਦੇ ਇਹ ਅਵਸਥਾ ਕਿਸੇ ਨਾਲ ਸਾਂਝੀ ਨਹੀਂ ਕਰੀ ਜੀ, ਤੇਰੇ ਤੇ ਮਹਾਰਾਜ ਦੀ ਕਿਰਪਾ ਹੋ ਗਈ ਹੈ। ਤੋ ਇੰਜ ਗੁਰਬਾਣੀ ਦੇ ਵਿੱਚੋਂ ਗੁਰੂ ਸਾਹਿਬ ਦਾ ਪ੍ਰਕਾਸ਼ ਦੇਖਣਾ। ਬਾਕੀ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹ ਸਾਰਾ ਸੰਸਾਰ ਜਗਤ ਜੋ ਤੁਸੀਂ ਵੇਖਦੇ ਹੋ, ਇਹੋ ਹਰ ਕਾ ਰੂਪ ਹੈ। ਅਸਲ ਦੇ ਵਿੱਚ ਇਹ ਹਰੀ ਪਰਮੇਸ਼ਰ ਦਾ ਹੀ ਰੂਪ ਹੈ। ਤੁਸੀਂ ਇਹਨੂੰ ਜ਼ਹਿਰ ਰੂਪ ਕਰਕੇ ਦੇਖ ਰਹੇ ਹੋ। ਆਦ ਰੂਪ ਨਦਰੀ ਆਇਆ। ਸੋ ਗੁਰੂ ਗਿਆਨਵਾਨਾਂ ਨੂੰ ਇਹ ਪਰਮੇਸ਼ਰ ਦਾ ਰੂਪ ਹੋ ਕੇ ਨਜ਼ਰੀ ਆਇਆ, ਜਾਂ ਜਿਨ੍ਹਾਂ ਨੂੰ ਪਰਮੇਸ਼ਰ ਦਾ ਰੂਪ ਗੁਰੂ ਸਾਹਿਬ ਜੀ ਨਜ਼ਰੀ ਆਇਆ, ਉਹਨਾਂ ਨੂੰ ਸਾਰਾ ਸੰਸਾਰ ਹੀ ਹਰੀ ਦਾ ਰੂਪ ਨਜ਼ਰੀ ਆਇਆ ਹੈ। ਪ੍ਰੀਤਾ ਇਹ ਵਿਸ ਗੰਦਲਾ ਤਰੀਆਂ ਖੰਡ ਲਿਵਾੜ, ਇੱਕ ਰਾਹੇ ਤੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਵਿਕਾਰੀ ਪੁਰਸ਼ਾਂ ਨੂੰ ਸੋ ਇਹ ਵਿਉਹ ਦੀਆਂ ਗੰਦਲਾਂ ਜਾਪਦੀਆਂ ਜੋ ਬੀਬੀਆਂ ਦੇ ਸਰੀਰ ਨੇ, ਪਰ ਜਿਹੜੇ ਬ੍ਰਹਮ ਗਿਆਨੀ ਗੁਰਮੁਖ ਨੇ ਉਹ ਸਭਨਾਂ ਦੇ ਵਿੱਚ ਗੋਬਿੰਦ ਦੀ ਜੋਤ, ਸਰਬੀ ਰੰਗੀ ਰੂਪੀ ਤੂੰ ਹੈ, ਇਸ ਬਖਸ਼ੇ ਜਿਸ ਨਜ਼ਰ ਕਰੇ, ਐਸੀ ਦ੍ਰਿਸ਼ਟੀ ਨਾਲ ਦੇਖਦੇ ਹਨ। ਪ੍ਰਸਾਦੀ ਪੁਜਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਸਦਕਾ ਜਦ ਅਸੀਂ ਇਹ ਭੇਤ ਵਾਲੇ ਵਚਨ ਨੂੰ ਸਮਝ ਲਿਆ, ਜੋ ਗੁਰੂ ਜੀ ਨੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਾ ਵੇਖਾ ਹਰਿਕ ਹੈ। ਹੁਣ ਜੈ ਜੈ ਵੇਖੋ ਤੈ ਹਜੂਰ, ਦੂਰ ਕਤਹੁ ਨ ਜਾਈ। ਰੱਬ ਰਹਿਆ ਸਰਬਤਰ ਮੈਂ, ਮਨ ਸਦਾ ਤੇ ਆਈ। ਜਿੱਥੇ ਵੀ ਵੇਖਦੇ ਆ ਉੱਥੇ ਇੱਕੋ ਹਰੀ ਪਰਮੇਸ਼ਰ ਸਭ ਤੋਂ ਵਿਆਪਕ ਦਿਸ ਰਿਹਾ ਹੈ। ਹਰ ਬਿਨ ਅਵਰ ਨਾ ਕੋਈ। ਹਰੀ ਪਰਮੇਸ਼ਰ ਤੋਂ ਬਿਨਾ ਅਵਰ ਸਥਾਨ ਵਿੱਚ ਹੋਰ ਕੋਈ ਨਹੀਂ ਹੈ। ਸੋ ਮਹਾਰਾਜ ਅਕਾਲ ਪੁਰਖ ਪਰਮਾਤਮਾ ਜਲ ਤਨ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਬਸਰਿਆ, ਨਾਨਕ ਏਕ ਓੰਕਾਰ। ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ। ਸਭ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹਾਉ। ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈ ਬਹੁ ਨਾਨਾ ਰੇ। ਅਸਤਾਵ
और जंगम कीट पतंगम घट घट राम समाना रे एकल चिंता राख अनंत और तजो सब आसा रे प्रणव नामा भय निकम को ठाकुर को दासा रे और बेन अवर ना कोई ਧੰਨੇ ਨੇ ਖੂਹ ਤੇ ਵੇਖੋ ਪੱਥਰ ਜੋ ਰੱਬ ਨੂੰ ਬਾਲਿਆ ਸਾਨੂੰ ਗੁਰਦੁਆਰੇ ਵਿੱਚੋਂ ਚੰਗੇ ਭਲਿਆਂ ਨੂੰ ਨਹੀਂ ਮਹਾਰਾਜ ਮਿਲ ਰਿਹਾ। ਆਪਾਂ ਕਹਿੰਦੇ ਫਲਾਣਾ ਮਾੜਾ ਜੀ ਫਲਾਣਾ ਚੰਗਾ ਜੀ ਨਿੰਦਿਆ ਚੁਗਲੀ ਦੇ ਵਿੱਚ ਹੀ ਆਪਾਂ ਪਏ ਹੋਏ ਹਾਂ। ਗੁਰਦੁਆਰੇ ਤਾਂ ਮਹਾਰਾਜ ਦੇਖਣਾ ਚਾਹੀਦਾ ਨਾ ਸਾਨੂੰ, ਕਮ ਸੇ ਕਮ ਗੁਰੂ ਘਰ ਦੇ ਵਿੱਚੋਂ ਤਾਂ ਵੇਖੋ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੋਲਾ ਮਹੱਲਾ ਚੱਲ ਰਿਹਾ। ਸਾਹਿਬਾਂ ਨੇ ਬਚਨ ਕੀਤੇ ਕਿ ਸਿੱਖ ਪੰਚਨ ਮੈਂ ਮੇਰੋ ਵਾਸਾ। ਭਾਈ ਗੁਰਦਾਸ ਜੀ ਦਾ ਬਚਨ ਹੈ, ਇੱਕ ਸਿੱਖ ਦੋਏ ਸਾਧ ਸਨ। ਇੱਕ ਸਿੱਖ ਇਹ ਦੋ ਬਣ ਗਏ ਤਾਂ ਸਾਧ ਸੰਗਤ ਹੋ ਗਏ, ਤੇ ਜੇ ਪੰਜ ਮਿਲ ਗਏ ਉੱਥੇ ਤਾਂ ਪਰਮੇਸ਼ਰ ਹੀ ਆ ਗਿਆ। ਪੰਜੀ ਪਰਮੇਸ਼ਰ। ਸਿੱਖ ਪੰਚਨ ਮੈਂ ਮੇਰੋ ਵਾਸਾ, ਮੇਰੋ ਵਾਸਾ ਪੂਰਨ ਕਰੇ ਧਰੇ ਜੋ ਆਸਾ। ਸ਼ਾਮ ਦੀ ਕਥਾ ਜੇ ਭਗਦੀਆਂ ਆਉਣੀਆਂ ਉਹ ਮੈਂ ਪੜ੍ਹ ਕੇ ਆਇਆ ਪਹਿਲਾਂ ਹੀ। ਮਹਾਰਾਜ ਜੀ ਦੇ ਪੰਜਾਂ ਸਿੰਘਾਂ ਦੇ ਵਿੱਚ ਮੇਰਾ ਨਿਵਾਸ ਹੈ। ਜਿੱਥੇ ਪੰਜ ਇਕੱਠੇ ਹੋ ਗਏ ਮੇਰੇ ਚ ਤੇ ਉਹਨਾਂ 'ਚ ਫਰਕ ਕੋਈ ਨਹੀਂ। ਰਹਿਤ ਸਹਿਤ ਜੇ ਪੰਜੋਂ ਮਿਲੇ ਮਮ ਸਰੂਪ ਜਾਨੋ ਸੋ ਭਲੇ। ਸਿੰਘ ਰਹਿਤ ਵਿੱਚ ਤਿਆਰ ਪਰ ਤਿਆਰ ਹੋਣ, ਨਿਤਨੇਮੀ ਹੋਣ, ਉਹਨਾਂ ਨੂੰ ਮੇਰਾ ਸਰੂਪ ਜਾਣੋ। ਖਾਲਸਾ ਮੇਰੋ ਰੂਪ ਹੈ ਖਾਸ, ਖਾਸ ਮੈਂ ਹੋ ਕਰੋ ਨਿਵਾਸ। ਗੁਰੂ ਕੀ ਸਾਧ ਸੰਗਤ ਵਿੱਚ ਸੰਗਤ ਹਰ ਪ੍ਰਵਸ ਹੈ ਜੀਓ। ਸੰਗਤ ਦੇ ਵਿੱਚ ਖਾਲਸੇ ਵਿੱਚ ਮਹਾਰਾਜ ਦਾ ਵਾਸਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਤਾਂ ਹੈ ਹੀ ਦਸਾਂ ਦੀ ਜੋਤ, ਇਹਨਾਂ 'ਚ ਤਾਂ ਸ਼ੱਕ ਕੋਈ ਨਹੀਂ। ਤੋ ਵੇਖਣਾ ਤਾਂ ਦੁਨੀਆ ਵਿੱਚੋਂ ਵੀ ਰੱਬ ਨੂੰ ਹੀ ਚਾਹੀਦਾ, ਪਰ ਕਮ ਸੇ ਕਮ ਗੁਰਦੁਆਰਿਆਂ ਵਿੱਚੋਂ ਤਾਂ ਰੱਬ ਨੂੰ ਲੱਭੋ ਭਾਈ। ਇੱਥੇ ਤਾਂ ਲੜਾਈਆਂ ਨਾ ਕਰੋ, ਤੋ ਇੱਥੇ ਝਗੜਾ ਨਾ ਪਾਓ। ਸੇਵਾ ਪਿੱਛੇ ਕਾਹਦਾ ਝਗੜਨਾ ਹੈ ਜੇ ਕਰਨੀ ਹੀ ਸੇਵਾ ਹੈ। ਜਿੱਥੇ ਝਗੜਾ ਸਮਝ ਲਓ ਤੇ ਪੈਸੇ ਦਾ ਲਾਲਚ ਹੈ, ਕੁਛ ਨਾ ਕੁਛ ਆਪ ਦਾ ਮਤਲਬ ਹੋਊਗਾ। ਤੇ ਇਸ ਲਈ ਸੇਵਾ ਵਾਲਾ ਭਾਵਨਾ ਵਾਲਾ ਤਾਂ ਝਗੜਦਾ ਹੀ ਨਹੀਂ। ਹਰ ਦਿਨ ਅਵਰ ਨਾ ਦੇਖੋ ਕੋਈ, ਹਰੀ ਪਰਮੇਸ਼ਰ ਤੋਂ ਬਿਨਾਂ ਹੋਰ ਅਸਥਾਨ ਵਿੱਚ ਹੋਰ ਕੋਈ ਨਾ ਦੇਖਣਾ ਕਰੋ। ਤੋ ਸਭਨਾ ਜਗ੍ਹਾ ਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਦੀ ਜੋਤ ਦਾ ਵਾਸਾ ਹੈ। ਨਾਨਕ ਇਹ ਨੇਤਰ ਅੰਧ ਸੇ। ਇਹ ਸਤਿਗੁਰੂ ਅਮਰਦਾਸ ਜੀ ਜੇ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਜੋ ਪ੍ਰਤੱਖ ਜਾਂ ਮਨਬੁੱਧ ਰੂਪ ਨੇਤਰ ਪਰਮੇਸ਼ਰ ਦੇ ਦਰਸ਼ਨਾਂ ਵੱਲੋਂ ਅੰਨੇ ਸਨ। ਸਤਿਗੁਰ ਮਿਲਿਆ ਜਦ ਸੱਚਾ ਗੁਰੂ ਮਿਲਿਆ ਦ੍ਰਿਸ਼ਟ ਹੋਈ, ਤਾਂ ਇਹਨਾਂ ਦੀ ਬਹੁਤ ਉੱਤਮ ਦਿਵ ਦ੍ਰਿਸ਼ਟੀ ਹੋ ਗਈ। ਜਿਵੇਂ ਸਾਰੇ ਸੋਨੇ ਦੇ ਗਹਿਣਿਆਂ ਦੇ ਵਿੱਚ ਸੋਨਾ ਹੀ ਹੁੰਦਾ ਹੈ। ਆਪਾਂ ਕੀ ਕਹਾਂਗੇ ਆ ਕੜਾ ਹੈ, ਆ ਕਾਂਡੇ ਨੇ, ਆ ਹਾਰ ਹੈ। ਜਦ ਤੁਸੀਂ ਸੁਨਿਆਰੇ ਕੋਲੋਂ ਲੈ ਕੇ ਜਾਓਗੇ ਉਹ ਕਹੇਗਾ 22 ਕੈਰਟ ਦਾ ਸੋਨਾ, ਇਹ 23 ਕੈਰਟ ਦਾ ਸੋਨਾ, ਇਹ 24 ਕੈਰਟ ਦਾ ਹੈ। ਉਹਨੇ ਨਹੀਂ ਵੇਖਣਾ ਵੀ ਹਾਰ ਹੈ, ਮੁੰਦਰੀ ਹੈ, ਛੱਲਾ ਹੈ। ਉਹ ਕਹੂਗਾ ਵੀ ਇਹ 'ਚ ਸੋਨਾ ਕਿੰਨਾ, ਲਿਓ ਤੁਹਾਨੂੰ ਦਿਖਾਵਾਂ। ਕੋਠਾਲੀ 'ਚ ਪਾ ਕੇ ਇਹ ਸੁਹਾਗਾ ਪਾ ਕੇ ਗਰਮ ਕਰਕੇ ਮੈਲ ਕੱਢ ਕੇ ਪਾਸੇ ਰੱਖ ਦਿੰਦਾ, ਸੋਨਾ ਜਿਹੜਾ ਸ਼ੁੱਧ ਨੂੰ ਪਾਸੇ ਕਰ ਦਿੰਦਾ। ਅਲੰਕਾਰ ਮੇਰੀ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ। ਸਾਰੇ ਗਹਿਣਿਆਂ ਨੂੰ ਕੋਠਾਲੀ 'ਚ ਢਾਲ ਕੇ ਤੇ ਸ਼ੁੱਧ ਸੋਨੇ ਨੂੰ ਵੱਖਰਾ ਕਰਕੇ ਉਹ ਸੋਨੇ ਦੀ ਪਰਖ ਕਰਦਾ। ਉਹਦੀ ਨਿਗਾਹ 'ਚ ਸੋਨਾ ਹੀ ਹੈ, ਗਹਿਣਾ ਕੋਈ ਨਹੀਂ ਹੈ। ਤੋ ਇੰਜ ਜਿਵੇਂ ਸਾਰੇ ਗਹਿਣੇ ਸੋਨਾ ਹੀ ਹੁੰਦਾ ਤੇ ਭੁੱਖ ਨਾ ਕਰ ਬਿਰਤੀ ਵਾਲਾ ਪੁਰਖ ਸਾਰੇ ਗਹਿਣਿਆਂ ਦੇ ਨਾਮ ਤਾਂ ਜਾਣਦਾ ਹੁੰਦਾ ਪਰ ਸੋਨੇ ਦਾ ਨਾਮ ਭੁੱਲ ਜਾਂਦਾ। ਕਿਉਂ ਸਾਰੇ ਸਰੀਰਾਂ ਰੂਪੀ ਗਹਿਣਿਆਂ 'ਚ ਬ੍ਰਹਮ ਚੇਤਨ ਹੈ। ਉਸ ਨੂੰ ਭੁਲਾ ਕੇ ਜੀਵ ਸਰੀਰਾਂ ਨੂੰ ਗਹਿਣਿਆਂ 'ਚ ਫਸੇ ਹੋਏ ਨੇ। ਆ ਬੰਦਾ ਹੈ, ਆ ਜਨਾਨੀ ਹੈ, ਆ ਬੱਚਾ ਹੈ, ਆ ਬਜ਼ੁਰਗ ਹੈ। ਤੋ ਇਹ ਆਈ ਵੀਕਨੈਸ ਹੈ। ਆਈ ਵੀਕਨੈਸ ਨਹੀਂ ਹੋਣੀ ਚਾਹੀਦੀ। ਸਭ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਜਾਣੀਏ ਤੇ ਸਾਰੇ ਸਰੀਰਾਂ ਰੂਪੀ ਗਹਿਣਿਆਂ ਦੇ ਵਿੱਚ ਮਹਾਰਾਜ ਦੀ ਜੋਤ ਦੇ ਦਰਸ਼ਨ ਕਰੀਏ। ਇਹ ਜੀਵ ਸਰੀਰਾਂ ਰੂਪੀ ਗਹਿਣੇ 'ਚ ਤਾਂ ਫਸਿਆ ਹੋਇਆ
ਤੇ ਪਰ ਮਹਾਰਾਜ ਦੀ ਜੋਤ ਦੇ ਦਰਸ਼ਨ ਹੀ ਨਹੀਂ ਕਰਦਾ। ਜਦ ਪੂਰੇ ਗੁਰੂ ਨੇ ਕਿਰਪਾ ਕੀਤੀ ਤਦ ਬ੍ਰਹਮ ਗਿਆਨ ਵਾਲੀ ਦੇਵ ਦ੍ਰਿਸ਼ਟ ਵੱਡੀ ਦ੍ਰਿਸ਼ਟੀ ਹੋ ਗਈ। ਭਾਵ ਸਾਰਿਆਂ 'ਚ ਵਾਹਿਗੁਰੂ ਜੀ ਦੀ ਜੋਤ ਇਹਨੂੰ ਦੇ ਸੋਣਾ ਕੀਤੀ। ਸ਼ਰਵਣਾ ਹੋ ਮੇਰੇ ਹੋ। ਇਸ ਪੌੜੀ ਵਿੱਚ ਸਤਿਗੁਰੂ ਮਹਾਰਾਜ ਕੰਨਾਂ ਨੂੰ ਸੰਬੋਧਨ ਕਰਦਿਆਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਹੇ ਮੇਰੇ ਕੰਨੋ ਸੱਚੈ ਸੁਣਨਾ ਲੋ ਪਠਾਏ। ਤੁਹਾਨੂੰ ਪਰਮੇਸ਼ਰ ਨੇ ਸੱਚੇ ਨਾਮ ਨੂੰ ਸੁਣਨ ਵਾਸਤੇ ਮਾਤ ਲੋਕ ਦੇ ਵਿੱਚ ਭੇਜਿਆ ਸੀਗਾ ਤੇ ਤੁਸੀਂ ਕਿਹੜੀਆਂ ਗੱਲਾਂ ਸੁਣਨ ਵਿੱਚ ਪੈ ਗਏ? ਡੰਮ ਡੰਮ ਠਾ ਠਾ ਨੰਦਿਆ ਚੁਗਲੀ। ਇਸ ਲਈ ਫਿਰ ਇਸੇ ਨੂੰ ਹੀ ਗੱਲ ਨੂੰ ਪ੍ਰੋੜਤਾ ਕਰਦੇ ਨੇ। ਸੱਚੈ ਸੁਣਨਾ ਲੋ ਪਠਾਏ। ਸਰੀਰ ਲਾਏ। ਜਿਹੜਾ ਤੁਹਾਨੂੰ ਸਰੀਰ ਨਾਲ ਲਾਇਆ ਹੈ ਇਹ ਸੱਚੇ ਨਾਮ ਨੂੰ ਸੁਣਨ ਵਾਸਤੇ ਭੇਜਿਆ ਜੀ। ਚੰਗੀ ਤਰ੍ਹਾਂ ਧਿਆਨ ਨਾਲ ਸੁਣੋ। ਇੱਕ ਗੱਲ ਨੂੰ ਦਬਾਅ ਤੋਂ ਬਹਿਣਾ ਉਹ ਮਨ ਨੂੰ ਦ੍ਰਿੜ ਕਰਨ ਵਾਲੀ ਗੱਲ ਹੁੰਦੀ ਹੈ ਕਿ ਮਨ 'ਚ ਪਰਪੱਕ ਹੋ ਜਾਏ। ਸਤ ਬਾਣੀ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਨੈ ਨਦੀਆਂ ਨੈ ਉਸਤਤ ਤੇ ਜਾ ਕੇ ਲੋਕ ਨੂੰ ਅਵਮਾਨਾ। ਉਸਤਤ ਨਿੰਦਾ ਦੋ ਤਿਆਗੈ ਕੁਝੈ ਪਦ ਨਿਰਮਾਨਾ। ਨਾ ਤਾਂ ਕਿਸੇ ਦੀ ਉਸਤਤੀ ਕਰੋ ਫੋਕੀ ਆਪਦੇ ਮਤਲਬ ਲਈ, ਨਾ ਕਿਸੇ ਦੀ ਅਣਹੋਈ ਨਿੰਦਿਆ ਦਾ ਭਾਰ ਚੁੱਕੋ। ਅਣਹੋਆ ਭਾਰ ਨਿੰਦਕ ਸਿਰ ਧਰਾ। ਇਹ ਨਿੰਦਿਆ ਉਸਤਤ ਛੱਡ ਕੇ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਧੁਰ ਕੀ ਬਾਣੀ। ਮਹਾਰਾਜ ਕਹਿੰਦੇ ਸੁਣੋ ਸਤ ਬਾਣੀ। ਜਿਹੜੀ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਧੁਰ ਕੀ ਬਾਣੀ ਨਾਮ ਰੂਪ ਬਾਣੀ ਇਹਨੂੰ ਹਰ ਵਕਤ ਸੁਣਿਆ ਕਰੋ। ਹਰ ਵਕਤ ਦੀ ਬਾਣੀ ਵਿੱਚ ਧਿਆਨ ਰੱਖਿਆ ਕਰੋ। ਆਪ ਦਾ ਸੰਗੀਤ ਦੇ ਵਿੱਚ ਮਨ ਜਲਦੀ ਇਕਾਗਰ ਹੁੰਦਾ। ਇਸ ਲਈ ਗੰਦੇ ਮੰਦੇ ਗਾਣੇ ਸੁਣਨ ਦੀ ਬਜਾਏ ਮਹਾਰਾਜ ਦੀ ਬਾਣੀ ਦਾ ਕੀਰਤਨ ਸੁਣਨਾ ਚਾਹੀਦਾ ਹੈ। ਜਿਸ ਵਕਤ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਫਿਰ ਬਾਬਾ ਗਿਆ ਬਗਦਾਦ ਨੂੰ। ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਸ਼ਹਿਰ ਵਿਖੇ ਗਏ। ਉੱਥੇ ਗੁਰੂ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ ਬਗਦਾਦ ਦੇ ਵਿੱਚ। ਬਾਹਰ ਜਾਏ ਕੀਆ ਸਤਾਨਾ। ਬਗਦਾਦ ਸ਼ਹਿਰ ਦੇ ਬਾਰ-ਬਾਰ ਜਲ ਦੇ ਕਿਨਾਰੇ ਤੇ ਮਾਣੇ ਨੇ ਆਪਣਾ ਸੰਘਾਇਆ। ਅੰਮ੍ਰਿਤ ਵੇਲਾ ਜਾਣ ਕੇ ਮਰਦਾਨੇ ਨੂੰ ਆਖਿਆ ਰਬਾਬ ਜਾ ਕੀਰਤਨ ਕਰੀਏ। ਪਹਿਲਾਂ ਤਾਂ ਗੁਰੂ ਸਾਹਿਬ ਨੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ। ਪਾਠ ਦੇ ਵਿੱਚ ਪਾਤਾਲਮ ਪਾਤਾਲ ਲਖ ਆਗਾਸਾਂ ਗਾਸ ਵਾਲੀ ਪੰਕਤੀ ਪੜ੍ਹੀ। ਫਿਰ ਮਹਾਰਾਜ ਨੇ ਰਬਾਬ ਦੀ ਤੰਦੀ ਨਾਲ ਸੁਰ ਮਿਲਾ ਕੇ ਆਸਾ ਦੀ ਵਾਰ ਦਾ ਕੀਰਤਨ ਗਾਇਆ। ਇਹ ਸਭ ਕੁਝ ਵੇਖ ਕੇ ਤੇ ਸੁਣ ਕੇ ਇੱਕ ਦਸਤਗੀਰ ਪੀਰ ਦਾ ਚੇਲਾ ਬਹੁਤ ਹੀ ਜ਼ਿਆਦਾ ਘਬਰਾ ਗਿਆ, ਹੈਰਾਨ ਹੋਇਆ, ਭੱਜਾ ਗਿਆ। ਉਹਨੇ ਆਪਦੇ ਪੀਰ ਦਸਤਗੀਰ ਨੂੰ ਸ਼ਿਕਾਇਤ ਲਾ ਦਿੱਤੀ। 27ਵਾਂ ਦਸਤਗੀਰ ਸੀਗਾ। ਜਿਹੜਾ ਵੀ ਗੱਦੀ ਤੇ ਬੈਠਦਾ ਉਹਦਾ ਨਾਮ ਦਸਤਗੀਰ ਪੈ ਜਾਂਦਾ। ਇਹ ਫਰੀਦ ਸਾਹਿਬ ਵੀ ਅਸਲੀ ਬੜਾ ਪਹਿਲਾਂ ਹੋ ਚੁੱਕਾ। ਉਹਦੀ ਗੱਦੀ ਦੇ ਵਾਰਸ ਨੂੰ ਹੀ ਗੁਰੂ ਨਾਨਕ ਸਾਹਿਬ ਜੀ ਮਿਲੇ ਜਿਨ੍ਹਾਂ ਦੇ ਪਰਤਾਏ ਸ਼ਲੋਕ ਉਚਾਰੇ ਨੇ। ਤੇ ਸ਼ਕਰਗੰਜ ਦੇ ਵਿੱਚ ਇਹ ਫਰੀਦ ਦੀ ਗੱਦੀ ਦਾ ਵਾਰਸ ਸੀਗਾ। ਇਹਦਾ ਨਾਮ ਹੋਰ ਸੀਗਾ। ਇਹ ਹੁਣ ਦਸਤਗੀਰ ਵੀ 27ਵਾਂ ਸੀਗਾ। ਤੇ ਜਿਸ ਵਕਤ ਚੇਲੇ ਨੇ ਜਾ ਕੇ ਸ਼ਿਕਾਇਤ ਲਾਈ ਕਿ ਮਹਾਰਾਜ ਬਗਦਾਦ ਮੁਸਲਮਾਨਾਂ ਦਾ ਗੜ੍ਹ ਹੈ, ਜੇ ਇੱਥੇ ਹੀ ਮੁਸਲਮਾਨਾਂ ਦੇ ਅਸੂਲ ਟੁੱਟਣ ਲੱਗ ਪਏ, ਸ਼ਰ੍ਹਾ ਦੀ ਪਾਲਣਾ ਨਾ ਹੋਈ, ਹੋਰ ਕਿੱਥੇ ਹੋਏਗੀ? ਕਹਿੰਦੇ ਕੀ ਹੋਇਆ? ਕਹਿੰਦੇ ਫਕੀਰ ਆਇਆ ਹੈ, ਪਤਾ ਨਹੀਂ ਹਿੰਦੂ ਹੈ, ਪਤਾ ਨਹੀਂ ਮੁਸਲਮਾਨ ਹੈ। ਪਹਿਲਾਂ ਤਾਂ ਉਹਨੇ ਆਪਦੀ ਕੋਈ ਕਲਾਮ ਪੜ੍ਹੀ, ਉਹਦੇ ਵਿੱਚ ਕਹਿ ਰਿਹਾ ਹੈ ਕਿ ਪਾਤਾਲ ਪਾਤਾਲ ਲੱਖਾਂ ਗਾਸਾਂ ਗਾਸ। ਮੁਹੰਮਦ ਨੇ 14 ਤਬਕ ਲਿਖੇ ਨੇ, ਉਹ ਪਤਾਲ ਲੱਖਾਂ ਹੀ ਪਤਾਲ ਤੇ ਆਕਾਸ਼ ਕਹਿ ਰਿਹਾ। ਫਿਰ ਸਾਡੇ ਮਤ ਵਿੱਚ ਸ਼ਰ੍ਹਾ ਦੇ ਵਿੱਚ ਗਾਉਣਾ ਮਨਾ ਹੈ, ਸਾਜ਼ ਵਜਾਉਣੇ ਮਨਾ ਨੇ। ਜਿਹੜੇ ਕੱਟੜ ਮੁਸਲਮਾਨ ਨੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਸਾਰੇ ਸਿਨੇਮੇ ਬੰਦ ਕਰਾ ਦਿੱਤੇ ਸੀ, ਸਾਰੇ ਸਕੂਲ ਬੰਦ ਕਰਾ ਦਿੱਤੇ। ਅੰਗਰੇਜ਼ੀ ਨੌਜਵਾਨ ਲੜਕੀਆਂ ਸਕੂਲ 'ਚ ਨਹੀਂ ਜਾਣਗੀਆਂ, ਬੁਰਕਾ ਪਾ ਕੇ ਆਪਦੇ ਘਰ ਬਹਿਣ।
ਕੋਈ ਸਿਨੇਮੇ 'ਚ ਗਾਉਣ ਵਜਾਉਣ ਨਹੀਂ ਵੇਖੇਗਾ। ਸੋ ਵੈਸੇ ਸਾਡੇ ਮਤ ਵਿੱਚ ਵੀ ਇਸ ਤਰ੍ਹਾਂ ਦਾ ਗਾਉਣ ਵਜਾਉਣ ਤੋਂ ਮਹਾਰਾਜ ਨੇ ਰੋਕਿਆ, ਪਰ ਜ਼ਬਰਦਸਤੀ ਤਾਂ ਨਹੀਂ ਕਰਨੀ ਚਾਹੀਦੀ। ਗੁਰੂ ਘਰ ਦੇ ਵਿੱਚ ਸੋ ਮਹਾਰਾਜ ਦੀ ਬਾਣੀ ਦਾ ਨਾਮ ਦਾ ਕੀਰਤਨ ਇਹ ਕਰਨ ਦੀ ਆਗਿਆ ਦਿੰਦੀ ਹੈ ਕਿ ਰੱਬ ਦੀ ਸਿਫਤ ਗਾਓ। ਸੋ ਕੱਟੜ ਮੁਸਲਮਾਨ ਤਾਂ ਨਹੀਂ ਗਾਉਂਦੇ, ਪਰ ਜਿਹੜੇ ਸੂਫੀ ਫਕੀਰ ਨੇ, ਫਰੀਦ ਸਾਹਿਬ ਵਰਗੇ, ਬੁੱਲੇ ਸ਼ਾਹ ਦੀਆਂ ਕਾਫੀਆਂ ਬੜੀਆਂ ਪ੍ਰਸਿੱਧ ਨੇ, ਉਹ ਜਦੋਂ ਆਪਦੀ ਮੌਜ ਦੇ ਵਿੱਚ ਆਉਂਦੇ ਨੇ ਤੇ ਉਹ ਸੂਫੀ ਫਕੀਰ ਗਾਉਂਦੇ ਵੀ ਨੇ, ਨੱਚਦੇ ਵੀ ਹਨ। ਕੱਟੜ ਮੁਸਲਮਾਨ ਨੇ ਇਸ ਤਰ੍ਹਾਂ ਕਰਦੇ। ਦਸਤਗੀਰ ਕਹਿਣ ਲੱਗਾ ਕਿ ਜਾਓ ਪੱਥਰ ਮਾਰ ਮਾਰ ਕੇ ਮਾਰ ਦਿਓ। ਸਾਰਾ ਸ਼ਹਿਰ ਪੱਥਰ ਪਕੜ ਕੇ ਜਦ ਗੁਰੂ ਸਾਹਿਬ ਨੂੰ ਮਾਰਨ ਆਇਆ ਤਾਂ ਭਾਈ ਗੁਰਦਾਸ ਜੀ ਲਿਖਦੇ ਨੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆਸਤਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨੇ ਆਵਾਜ਼ ਕਰ, ਸੁਨ ਸਮਾਨ ਹੁਆ ਜਹਾਨਾ। ਕਿਹੜੀ ਬਾਂਗ ਦਿੱਤੀ? ਸਤਿ ਸ੍ਰੀ ਅਕਾਲ। ਗੁਰਮੁਖੀ ਅਕਾਲ ਗੁਰੂ ਸਾਹਿਬ ਦਾ ਬੋਲਾ ਸੀਗਾ। ਸਤਿ ਸ੍ਰੀ ਅਕਾਲ ਆਖਿਆ, ਗੁਰਮੁਖ ਅਕਾਲ ਆਖਿਆ, ਇਹ ਬਾਂਗ ਦਿੱਤੀ ਉੱਚੀ ਸਾਰੀ। ਜਦ ਮਹਾਰਾਜ ਨੇ ਬੋਲਿਆ ਤਾਂ ਸੁਨ ਨਗਰੀ ਭਈ, ਦੇਖ ਪੀਰ ਭਇਆ ਹੈ ਰੰਗ। ਉਹਨਾਂ ਦੀਆਂ ਬਾਹਾਂ ਉੱਚੀਆਂ ਦੀਆਂ ਉੱਚੀਆਂ ਹੀ ਰਹਿ ਗਈਆਂ, ਹੇਠਾਂ ਨਾ ਕਰ ਸਕੇ। ਪੱਥਰ ਹੱਥ ਵਿੱਚ ਫੜੇ ਹੋਏ ਨੇ, ਗੁਰੂ ਸਾਹਿਬ ਨੂੰ ਮਾਰ ਨਾ ਸਕੇ। ਮੂਰਤੀਆਂ ਬਣ ਗਈਆਂ, ਆਕੜ ਗਏ ਸਰੀਰ। ਦਸਤਗੀਰ ਪੀਰ ਨੂੰ ਜਦ ਖਬਰ ਮਿਲੀ, ਉਹਨੇ ਉੱਥੋਂ ਹੀ ਆਪਣੀਆਂ ਸ਼ਕਤੀਆਂ ਭੇਜੀਆਂ, ਪਰ ਕੋਈ ਕੰਮ ਨਾ ਸੌਰਿਆ। ਆਖਰ ਆਪ ਆਇਆ ਤੇ ਸਾਰਾ ਜੋਰ ਲਾਇਆ, ਪਰ ਕੋਈ ਵਾਹ ਪੀਛ ਨਾ ਚੱਲੀ। ਆਖਰ ਗੁਰੂ ਮਹਾਰਾਜ ਦੇ ਚਰਨ ਫੜੇ, ਕਹਿਣ ਲੱਗਾ ਜੀ ਤੁਸੀਂ ਵੱਡੇ, ਮੈਂ ਛੋਟਾ, ਗਲਤੀ ਮੇਰੀ ਹੈ। ਮੈਂ ਇਹਨਾਂ ਨੂੰ ਆਖਿਆ ਸੀ ਕਿ ਪੱਥਰ ਮਾਰ ਮਾਰ ਕੇ ਮਾਰ ਦਿਓ। ਮਹਾਰਾਜ ਇਹਨਾਂ ਨੂੰ ਖਿਮਾ ਕਰੋ ਜੀ, ਇਹਨਾਂ ਦੀਆਂ ਬਾਹਾਂ ਹੇਠਾਂ ਕਰੋ। ਗੁਰੂ ਸਾਹਿਬ ਨੂੰ ਕਹਿ ਕੇ ਉਹਨੇ ਬਾਹਾਂ ਹੇਠਾਂ ਕਰਾਈਆਂ। ਵੇਖਿਆ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਦੀਵਾਨੇ ਦੀਵਾਨੇ, ਦਾਨੇ ਦੀਵਾਨੇ ਤੇ ਮਸਤਾਨੇ, ਇਹ ਫਕੀਰਾਂ ਦੀਆਂ ਕਿਸਮਾਂ ਨੇ। ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸ ਕਾ ਕਰ ਹਨ। ਦਸਤਗੀਰ ਪੀਰ ਨੇ ਪੁੱਛਿਆ ਤੂੰ ਕੌਣ ਫਕੀਰ ਹੈ, ਕਿਹੜੇ ਘਰਾਣੇ ਚੋਂ ਹੈ। ਪਾਉ ਗੁਰੂ ਕਿਹੜਾ ਹੈ ਜਿਹਨੇ ਭੇਜ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ, ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਕੋ ਪਹਿਚਾਨਾ। ਮਰਦਾਨੇ ਨੇ ਕਿਹਾ ਇਹੀ ਗੁਰੂ ਨਾਨਕ ਸਾਹਿਬ ਕਲਯੁਗ ਵਿੱਚ ਆਇਆ ਹੈ ਭਾਈ, ਇਹ ਰੱਬ ਦੇ ਭੇਜ ਦਾ ਫਕੀਰ ਹੈ। ਇਹਨੇ ਇੱਕ ਅਕਾਲ ਪੁਰਖ ਨੂੰ ਪਹਿਚਾਣਿਆ। ਧਰਤੀ ਆਕਾਸ਼ ਚਹੂੰ ਦਿਸ ਜਾਣਾ, ਧਰਤੀ ਤੇ ਆਕਾਸ਼ ਚਾਰ ਸਵੇਰੇ ਨੇ ਰੱਬ ਨੂੰ ਪਹਿਚਾਨਿਆ ਹੋਇਆ। ਕਹਿ ਲੱਗਾ ਜੀ ਮੈਨੂੰ ਮਾਫ ਕਰੋ, ਪਰ ਮੇਰੇ ਸਵਾਲ ਦਾ ਉੱਤਰ ਦਿਓ ਕਿ ਗੁਰੂ ਸਾਹਿਬ ਜੀ ਮੁਸਲਮਾਨਾਂ ਦੇ ਵਿੱਚ ਕੀਰਤਨ ਕਰਨਾ ਮਨਾ ਹੈ। ਕਿਸੇ ਵੀ ਆਪ ਸ਼ਕਤੀਸ਼ਾਲੀ ਹੋ, ਫਕੀਰ ਹੋ, ਰੱਬ ਦੇ ਬੰਦੇ ਹੋ, ਕਿਸੇ ਵੀ ਜਗ੍ਹਾ ਦਾ ਡਿਸਿਪਲਿਨ, ਅਨੁਸ਼ਾਸਨ ਭੰਗ ਕਰਨਾ ਕੋਈ ਸਿਆਣਪ ਨਹੀਂ ਹੈ। ਸਾਡੇ ਮੁਸਲਮਾਨਾਂ 'ਚ ਕੀਰਤਨ ਗਾਉਣਾ ਮਨਾ ਹੈ, ਤੁਸੀਂ ਸਾਡੀ ਮਰਿਆਦਾ ਨੂੰ ਭੰਗ ਕਿਉਂ ਕੀਤਾ। ਮਾਰੇ ਕਹਿੰਦੇ ਭਾਈ ਆਪਾਂ ਤਾਂ ਡੇਲੀ ਆਸਾ ਦੀ ਵਾਰ ਗਾਉਂਦੇ ਹਾਂ। ਆਸਾ ਦੀ ਵਾਰ ਦਾ ਕੀਰਤਨ ਸਾਡਾ ਨਿਤਨੇਮ ਹੈ, ਇਹ ਕੋਈ ਬੁਰੀ ਬਾਤ ਨਹੀਂ ਕੀਰਤਨ ਕਰਨਾ। ਤੁਹਾਡੇ ਮਤ ਵਿੱਚ ਰਾਗ ਕਿਉਂ ਮਨਾ ਜਾਂਦਾ ਜੀ, ਮਨ ਚੰਚਲ ਹੁੰਦਾ ਹੈ ਗਾਉਣ ਦੇ ਨਾਲ। ਮਾਰੇ ਕਹਿੰਦੇ ਇਹ ਤਾਂ ਇੱਕ ਸੋਨੇ ਦਾ ਭਾਂਡਾ ਹੈ, ਜਿਵੇਂ ਇਹ ਸੋਨੇ ਦੇ ਭਾਂਡੇ ਵਿੱਚ ਕੋਈ ਜ਼ਹਿਰ ਪਾ ਕੇ ਪੀ ਲੈ ਉਹ ਮਰ ਜਾਏਗਾ, ਜੇ ਸੋਨੇ ਦੇ ਬਰਤਨ ਵਿੱਚ ਕੋਈ ਅੰਮ੍ਰਿਤ ਪਾ ਕੇ ਪੀ ਲੈ ਸੋ ਅਮਰ ਹੋ ਜਾਏਗਾ। ਭਾਂਡੇ ਦਾ ਤਾਂ ਨਹੀਂ ਕਸੂਰ, ਉਹ ਤਾਂ ਸਗੋਂ ਸ਼ੁੱਧ ਸੋਨਾ ਹੈ। ਸੋਨਾ ਇੱਕ ਪਵਿੱਤਰ ਧਾਤ ਮੰਨੀ ਗਈ ਹੈ। ਇਉਂ ਰਾਗ ਦਾ ਨਹੀਂ ਕਸੂਰ, ਕੋਈ ਕਸੂਰ ਉਹਨਾਂ ਲੋਕਾਂ ਦਾ ਹੈ ਜੋ ਇਹਦੇ ਵਿੱਚ ਪਾ ਕੇ ਉਲਟੇ ਸਿੱਧੇ ਬਚਨ ਗਾਉਂਦੇ ਨੇ ਤੇ ਵਿਸ਼ੇ ਵਿਕਾਰਾਂ ਵਾਲੀਆਂ ਗੱਲਾਂ, ਗੰਦੇ ਮੰਦੇ ਗੀਤ ਗਾਣੇ ਗਾਉਂਦੇ ਨੇ, ਉਹਨਾਂ ਦਾ ਕਸੂਰ ਹੈ। ਰਾਗ ਕੀਰਤਨ ਨਹੀਂ ਮਾੜਾ। ਸਾਡੇ ਮਤ ਵਿੱਚ ਕੀਰਤਨ ਕਰਨ ਦੀ ਮਨਾਹੀ ਨਹੀਂ, ਪਰ ਬਾਣੀ ਦਾ ਕੀਰਤਨ ਗਾਓ, ਮਹਾਰਾਜ ਦੇ ਨਾਮ ਦਾ ਕੀਰਤਨ ਗਾਓ,
ਜੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਮੇਰੇ ਮੋਹਨ ਸ਼ਰਮਣੀ ਇਹ ਨਾ ਸੁਣਾਏ, ਸਾਗਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲਿਆ ਜਾਏ ਰਹਾ। ਕੀਰਤਨ ਦੇ ਵਿੱਚ ਮਨ ਜਲਦੀ ਇਕਾਗਰ ਹੁੰਦਾ ਹੈ, ਇਸ ਲਈ ਵਾਹਿਗੁਰੂ ਕੋਲੋਂ ਦਾਤ ਮੰਗੀ, ਇਹ ਮੇਰੇ ਮੋਹਨ ਤੂੰ ਕੰਨਾਂ ਦੇ ਨਾਲ ਸਾਨੂੰ ਕੋਈ ਹੋਰ ਬਚਨ ਨਾ ਸੁਣਾ। ਜਿਹੜੇ ਸਾਗਤਾਂ ਦੇ ਗੀਤ, ਗੰਦੇ ਮੰਦੇ ਗੀਤ ਗਾਣੇ ਨੇ, ਇਹਨਾਂ ਤੋਂ ਅਸੀਂ ਬਚੇ ਰਹੀਏ ਤੇ ਹਮੇਸ਼ਾ ਆਪਣੀ ਬਾਣੀ ਦਾ ਕੀਰਤਨ ਸੁਣਦੇ ਰਹੀਏ। ਜਿਹਦਾ ਮਨ ਕੀਰਤਨ 'ਚ ਜੁੜ ਗਿਆ ਉਹ ਕੋਈ ਗੱਲ ਸੁਣ ਹੀ ਨਹੀਂ ਸਕਦਾ, ਪੱਕੀ ਗੱਲ ਹੈ। ਕੀਰਤਨ ਸੁਣ ਕੇ ਵੇਖਿਆ, ਹੁਣ ਤਾਂ ਮਹਾਰਾਜ ਨੇ ਇੰਨੀ ਕਿਰਪਾ ਕੀਤੀ, ਸੰਤ ਨੈਲ ਸੋਹਣੀ ਵਿਚਾਰੇ ਰੌਲਾ ਪਾਉਂਦੇ ਪਾਉਂਦੇ ਚਲੇ ਹੀ ਗਏ। ਉਹਨਾਂ ਨੇ ਆ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ, ਉਹਦੇ ਵਿੱਚ ਇੱਕ ਵਚਨ ਰੱਖਿਆ ਸੀ ਕਿ ਹਰਿਮੰਦਰ ਸਾਹਿਬ ਤੋਂ ਕੀਰਤਨ ਜਿਹੜਾ ਹੈ ਉਹ ਟੈਲੀਕਾਸਟ ਹੋਣਾ ਚਾਹੀਦਾ, ਤਾਂ ਕਿ ਦੂਰ ਬੈਠੀ ਸੰਗਤ ਸਿੱਖ ਆਪਦੇ ਘਰਾਂ 'ਚ ਸੁਣ ਸਕਣ। ਉਹਨਾਂ ਦੇ ਹੁੰਦਿਆਂ ਦਾ ਸਰਕਾਰਾਂ ਨੇ ਤਾਂ ਕਮੀਆਂ ਹੁੰਦੀਆਂ ਤਾਂ ਕੁਝ ਕਰਦੇ ਨਹੀਂ। तो महाराज ने कृपा की है, उस साइंस के साधन उत्तम आ गए, प्राइवेट कंपनियां PTC वाले PTC वाले बथेरिया कंपनियां हैं। हुण तां घर दे विच ही वो सिस्टम ही इहो जिहा लग 24 घंटे टैलीविजन के तां 2-4 घंटे सवेरे शाम, तो आम तुसीं जिहड़ी आवाज़ वो 24 घंटे आपके मोबाइल से सुन सकते हो। किन्नी गुरु साहब जी महाराज की कृपा। तो घट्टो घट अमृत वेला सच नाम वडियाई विचार तुहानूं चाहीदा। रब ने मोबाइल सारिਆਂ ਨੂੰ ਦਿੱਤੇ ਨੇ, ਉਲਟੀਆਂ ਸਿੱਧੀਆਂ ਉਂਗਲਾਂ ਮਾਰਨ ਦੀ ਬਜਾਏ ਸਿੱਧੀ ਉਂਗਲ ਪਹਿਲਾਂ ਗੁਰਬਾਣੀ ਕੀਰਤਨ ਦੇ ਵਜੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਹੀ। ਸੋ ਆਪਦੇ ਘਰ ਦੇ ਵਿੱਚ ਬਾਣੀ ਦਾ ਕੀਰਤਨ ਹੋਣਾ ਚਾਹੀਦਾ, ਜੋ ਹਰਿਮੰਦਰ ਸਾਹਿਬ ਤੋਂ ਲਾਈਵ ਹੁੰਦਾ। ਜਿਹਨੂੰ ਮਹਾਰਾਜ ਨੇ ਟੀਵੀ ਦਿੱਤਾ ਉਹ ਟੀਵੀ ਤੇ ਲਾਏ, तो नहीं तो मोबाइल से तो आप सुन ही सकते हैं। अमृत वेले का कीर्तन जो डेली सुनीए, साडा मन चेतर कीर्तन का प्रेमी बने, तो जिस दे नाल सानू शब्द की समझ आए तो गुरु साहब प्रति प्रेम पैदा हुए, तो होर ना गल्लां तो गुरेज करते हैं। हमेशा महाराज का कीर्तन सुनीए तो मन जल्दी इकागर होवे। ये मन हर जी ध्याए तो एक मन एक चित भाए, हर कियां सदा सदा वडियाइयां दे न पछोताए। मुखो आपदे वाहिगुरु वाहिगुरु करना च बाणी का कीर्तन, ऐसा कीर्तन कर मन मेरे इहां उहां जो काम धीरे। सो हर कीर्तन सुने हर कीर्तन गावे, तिस जन दुख निकट नहीं आवे। जिहड़ा सुखी रहना चाहुंदा, दुख भंजन तेरा नाम जी, दुख भंजन तेरा नाम, आठ पैर आराधिया पूर्ण सतगुर किया। मन का आराम बाणी के कीर्तन विच है। किते प्रत्या के वेख लियो, सौण की नहीं लोड़। 8 घंटे की थकावट तुहानूं काम करके शरीर जिन्ना मर्जी टुटा भजा हो, ढोल आ के 1 घंटा बाणी का कीर्तन सुन लो किते भी आपके घर च जां गुरु घर। 8 घंटे की थकावट 1 घंटे का कीर्तन उतार दिंदा। किते प्रत्या के वेख लियो, बिना ही नींद लैण तो। सुता बंदा तो सुपनिया की नींद सगों थकिया टुटिया रहिंदा। थकावट सौण तो बाद भी लोग अद्धे बीमार उठते हैं, जिन्होंने मर्जी पुछ के वेख लो। कोई कहता मेरे गोडे पीड़ होंगे, कोई कहता पैर पीड़ होंगे, कोई कुछ सुता बंदा भी भटकना दे विच। चंगी भली नींद लैके भी बंदा अद्धा बीमार हो उठता। क्यों? क्योंकि बाणी चित नहीं जुड़िया। कीर्तन के विच भावें नींद भी ना लो तां भी महाराज की कृपा। तो इस वास्ते गावो राम के गुण गीत, जे आप गाना आउंदा ते राम दे गुणां दे गीत गाओ बाणी दे द्वारा। नाम जपत परम सुख पाइया, आवा गौण बेटे मेरे मीत। नाम जपदियां सब तो श्रेष्ठ सुख हासिल करीदा ते जमन बंदा किहड़ा मुक जांदा। गुण गावत होवत प्रगास, चरण कमल में होए निवास। महाराज के गुण गाउंदियां गाउंदियां हिरदे च प्रकाश होण लग पैंदा। महाराज के चरण कमलों में चित जुड़ जाता है। आपके बच्चों को गंदे मंदे गीत गाने की आदत पाने की बजाय कीर्तन की आदत पाओ, क्यों कीर्तन सुन के निहाल हो। संत संगत में हुए उधार, संतां की संगत कीर्तन सुन के महाराज का बाणी का नाम का उधार होंदा। जिहड़ा सैन भगत सीगा,
ਉਹਦੇ ਤੇ ਰੱਬ ਦੀ ਕਿਰਪਾ ਹੀ ਕੀਰਤਨ ਸੁਣ ਕੇ ਹੋਈ ਸੀਗੀ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੋਇਆ, ਕਹਿੰਦੇ ਨੇ ਆਏ ਸੰਤ ਪ੍ਰਾਹੁਣੇ ਕੀਰਤਨ ਹੁਆ ਰਹਿਣ ਸਬਾਈ। ਸੰਤ ਪ੍ਰਾਹੁਣੇ ਆ ਗਏ ਤੇ ਰਹਿਣ ਸਬਾਈ ਸਾਰੀ ਰਾਤ ਹੀ ਕੀਰਤਨ ਹੁੰਦਾ ਰਿਹਾ। ਉਹਨਾਂ ਨੂੰ ਚੇਤਾ ਹੀ ਭੁੱਲ ਗਿਆ ਵੀ ਮੈਂ ਰਾਜ ਦਰਬਾਰ ਵਿੱਚ ਜਾਣਾ, ਤੇ ਮਹਾਰਾਜ ਨੇ ਸੈਣ ਦਾ ਰੂਪ ਧਾਰ ਕੇ ਆਇਆ, ਰਾਣੀ ਨੂੰ ਰੀਝ ਆਈ, ਇਹੋ ਜਿਹੀ ਮਾਰਸ਼ ਕੀਤੀ, ਉਹਦਾ ਰੋਗ ਹੀ ਚੁੱਕਤਾ। ਫਿਰ ਭਗਤ ਜਨਾਂ ਨੂੰ ਵਿਦਾ ਕਰ, ਸੰਤਾਂ ਭਗਤਾਂ ਨੂੰ ਵਿਦਾ ਕਰਕੇ ਅੰਮ੍ਰਿਤ ਵੇਲੇ ਜਦੋਂ ਚਲੇ ਗਏ, ਫਿਰ ਸੈਣ ਨੂੰ ਚੇਤਾ ਆਇਆ ਵੀ ਮੈਂ ਤਾਂ ਡਿਊਟੀ ਤੇ ਨਹੀਂ ਗਿਆ। ਭੱਜਾ ਭੱਜਾਇਆ, ਰਾਜੇ ਕੋਲ ਮਾਫੀ ਮੰਗੀ ਜਾਏ। ਕਹਿੰਦੇ ਕੀ ਹੋਇਆ ਓਏ, ਕਮਲਾ ਤਾਂ ਨਹੀਂ ਹੋ ਗਿਆ? ਕਹਿੰਦੇ ਜੀ ਮੇਰੇ ਕੋ ਆਇਆ ਨਹੀਂ ਗਿਆ, ਮੇਰੀ ਗੈਰ ਹਾਜ਼ਰੀ ਲੱਗ ਗਈ, ਮੈਨੂੰ ਮਾਫ ਕਰਿਓ, ਪਤਾ ਨਹੀਂ ਤੁਹਾਨੂੰ ਨੀਂਦ ਆਈ ਹੋਵੇਗੀ ਕਿ ਨਹੀਂ। ਉਹ ਭਲਿਆ ਮਾਨਸਾ ਰਾਜਾ ਕਹਿਣ ਲੱਗਾ ਤੂੰ ਤਾਂ ਸਾਰੀ ਰਾਤ ਮੇਰੇ ਕੋਲ ਰਿਹਾ, ਹੁਣੇ ਤਾਂ ਤੂੰ ਗਿਆ ਸੀਗਾ ਤੇ ਤੂੰ ਕਹਿੰਦਾ ਮੈਂ ਆਉਣਾ ਨਹਾ ਧੋ ਕੇ, ਤੇ ਹੁਣੇ ਤੂੰ ਫਿਰ ਭੱਜਾ ਭੱਜਾ ਆ ਗਿਆ, ਕੀ ਹੋ ਗਿਆ ਤੈਨੂੰ? ਤੂੰ ਤਾਂ ਇਹੋ ਜਿਹੀ ਮੇਰੀ ਮਾਰਸ਼ ਕੀਤੀ, ਤੂੰ ਤਾਂ ਮੇਰਾ ਰੋਗ ਹੀ ਚੁੱਕਤਾ, ਤਾਂ ਖੜਾ ਹੋ, ਮਾਫੀ ਕਦੀ ਮੰਗ ਰਿਹਾ? ਉਹਨੇ ਆਪਦੇ ਕੋਲੋਂ ਪੁਸ਼ਾਕ ਲਾ ਕੇ ਸੈਣ ਭਗਤ ਜੀ ਨੂੰ ਬੁਲਾਇਆ, ਪੂਣਾ ਕੀਤੀ। ਉਹਨਾਂ ਤੋਂ ਬਾਅਦ ਨਾਈਆਂ ਦੀ ਅੱਲ ਰਾਜੇ ਪਏ ਆ। ਕੋਈ ਵੀ ਨਾਈ ਜਾਪਦਾ ਗੁਰਮੁਖ ਹੈ, ਉਹ ਆਪ ਨੂੰ ਰਾਜੇ ਆਖਦਾ ਹੈ। ਉਹ ਰਾਜੇ ਦੀ ਪੁਸ਼ਾਕ ਪਹਿਨਾਈ ਗਈ। ਰਾਜੇ ਨੇ ਪ੍ਰਸੰਨ ਹੋ ਕੇ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਮੈਂ ਮਾਲਸ਼ ਨਹੀਂ ਕਰਾਉਂਗਾ, ਤੂੰ ਤਾਂ ਮੇਰਾ ਮਾਲਕ ਬਣ ਗਿਆ, ਤੂੰ ਤਾਂ ਮੇਰਾ ਰੋਗ ਚੁੱਕ ਦਿੱਤਾ। ਫਿਰ ਸੈਣ ਜੀ ਨੇ ਸੋਚਿਆ, ਕਹਿੰਦੇ ਮਨਾ ਹੁਣ ਕਿਸੇ ਦੁਨਿਆਵੀ ਨੌਕਰੀ ਦੀ ਬਜਾਏ ਰੱਬ ਦੀ ਨੌਕਰੀ ਕਰਾਂਗੇ। ਉਹ ਭਗਤ ਬਣ ਗਏ, ਪੱਕੇ ਹੀ ਨਾਮ ਜਪਣ ਲੱਗ ਪਏ। ਕੀਰਤਨ ਸੁਣ ਕੇ ਵੇਖੋ ਕਿਰਪਾ ਹੋਈ ਸੰਤਾਂ ਦੀ ਸੰਗਤ ਵਿੱਚੋਂ। ਕਿਉਂ? ਕਿਸੇ ਦੇ ਬੱਚੇ ਨੂੰ ਪ੍ਰੇਮ ਕਰੋ, ਮਾਂ ਬੜੀ ਖੁਸ਼ ਹੁੰਦੀ ਹੈ। ਮਾਂ ਨੂੰ ਭਾਵੇਂ ਤੁਸੀਂ ਬੁਲਾਓ ਵੀ ਨਾ, ਬੱਚੇ ਨਾਲ ਪ੍ਰੇਮ ਕਰੋ, ਮਾਂ ਉਹੀ ਖੁਸ਼ ਰਹੇਗੀ। ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰੀ ਨਹੀਂ ਵੀ ਤੁਸੀਂ ਨਾਮ ਜਪੋ ਤੇ ਜਾਂ ਮਹਾਰਾਜ ਦੀ ਸੇਵਾ, ਮਹਾਰਾਜ ਨੂੰ ਤਾਂ ਸੇਵਾ ਦੀ ਲੋੜ ਹੀ ਨਹੀਂ। ਲੋੜ ਤਾਂ ਉਹਦੀ ਦੁਨੀਆ ਨੂੰ ਹੈ, ਉਹਦੇ ਸੰਤਾਂ ਮਹਾਤਮਾ ਨੂੰ ਹੈ। ਆਹ ਹੋਲੀ ਦਾ ਦਿਨ ਆਉਣਾ ਹੈ, ਕੱਲ ਪਰਸੋਂ ਹੋਲੀ ਹੈ, 28 ਤਰੀਕ ਦੀ ਹੋਲੀ ਤੇ ਸੋਮਵਾਰ ਦਾ 29 ਦਾ ਹੋਲਾ ਮਹੱਲਾ ਸਾਹਿਬ। ਮਹਾਰਾਜ ਨੇ ਆਖਿਆ ਵੀ ਕਿਸੇ ਦੇ ਰੰਗ ਸੁੱਟ ਕੇ ਹੋਲੀ ਮਨਾਉਣੀ ਮਨਮਤ ਹੈ। ਭਗਤੀ ਦਾ ਨਾਮ ਦਾ ਰੰਗ ਝਾੜੋ, ਲਾਲ ਰੰਗ ਤਿਸ ਕੋ ਲੱਗਾ ਜਿਸਕੇ ਬੜ ਭਾਗਾ। ਜੇ ਰੰਗ ਲਾਉਣਾ ਹੈ ਤਾਂ ਹੋਲੀ ਖੇਡਣੀ ਹੈ ਤਾਂ ਅਗਲੇ ਦੇ ਚਿੱਕੜ ਸੁੱਟ ਕੇ ਜਾਂ ਆਂਡੇ ਫੈਨ ਕੇ ਜਾਂ ਗੰਦੇ ਪਾਣੀ ਦੇ ਗੁਬਾਰੇ ਮਾਰ ਕੇ ਹੋਲੀ ਨਾ ਮਨਾਓ ਭਾਈ, ਇਹ ਤਾਂ ਮੂਰਖਤਾ ਹੈ। ਕ੍ਰਿਸ਼ਨ ਭਗਵਾਨ ਨੇ ਇਸ ਤਰ੍ਹਾਂ ਥੋੜੀ ਹੋਲੀ ਖੇਡੀ ਸੀਗੀ, ਉਹਦੇ ਤੋਂ ਹੋਲੀਆਂ ਚੱਲੀਆਂ ਹੋਣਗੀਆਂ। ਤਾਂ ਅਸੀਂ ਗਲਤ ਤਰੀਕੇ ਦੇ ਨਾਲ ਇਹਨਾਂ ਤਿਉਹਾਰਾਂ ਨੂੰ ਬਣਾ ਲਿਆ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਤਲਾਲ ਦੇਵ। ਭਾਈ ਨੰਦ ਲਾਲ ਜੀ ਇਹਨਾਂ ਦੇ ਨਗਰ ਨਿਵਾਸੀ ਜਦ ਅਨੰਦਪੁਰ ਸਾਹਿਬ ਆਏ, ਉਹਨਾਂ ਵੇਖਿਆ ਵੀ ਅੱਖਾਂ ਤੱਕ ਸਵਾਹ ਨਾਲ ਬਾਹਾਂ ਲਿਪੜੀਆਂ ਹੋਈਆਂ ਨੇ ਤੇ ਗੋਡਿਆਂ ਤੱਕ ਰੇਤ ਹੀ ਰੇਤ, ਤੇ ਭਾਂਡੇ ਮਾਂਜ ਰਹੇ ਨੇ। ਆਖਿਆ ਨੰਦ ਲਾਲ ਤੈਨੂੰ ਕੀ ਹੋ ਗਿਆ, ਕਮਲਾ ਨਹੀਂ ਹੋ ਗਿਆ? ਇਹਨਾਂ ਪੜ੍ਹ ਲਿਖ ਕੇ ਤੂੰ ਗਵਾਇਆ, ਜੇ ਇਹੀ ਕੰਮ ਕਰਨਾ ਸੀ ਤਾਂ ਫਿਰ ਇੰਨੀ ਪੜ੍ਹਾਈ ਦੀ ਕੀ ਲੋੜ ਸੀ? ਮਤਲਬ ਇਹ ਫਾਰਸੀ ਦੇ ਬੜੇ ਆਲਮ ਫਾਜ਼ਿਲ ਵਿਦਵਾਨ ਸਨ। ਅਲ ਬਹਾਦਰ ਸ਼ਾਹ ਮੌਕੇ ਦਾ ਜਿਹੜਾ ਬਾਦਸ਼ਾਹ ਦਾ ਮੁੰਡਾ ਸੀਗਾ, ਉਹਦੇ ਮੁਨੀਮ ਸੀਗੇ, ਸਰਕਾਰੀ ਨੌਕਰੀ ਛੱਡ ਕੇ ਭੱਜੇ ਸੀ। ਕਾਹਤੋਂ? ਇੱਕ ਵਾਰ 1400 ਵਿਦਵਾਨਾਂ ਤੋਂ ਕੁਰਾਨ ਦੀ ਆਇਤ ਦਾ ਅਰਥ ਨਾ ਆਇਆ ਤਾਂ ਆਨੰਦ ਲਾਲ ਸਾਹਿਬ ਜੀ ਨੇ ਉਹਨੂੰ ਬਹਾਦਰ ਸ਼ਾਹ ਨੂੰ ਪੜ੍ਹਾ ਦਿੱਤਾ। ਬਹਾਦਰ ਸ਼ਾਹ ਨੇ ਔਰੰਗਜ਼ੇਬ ਨੂੰ ਸਭਾ 'ਚ ਸੁਣਾਇਆ, ਕਹਿਣ ਲੱਗਾ ਵੀ ਮੁੰਡਾ ਤਾਂ ਮੇਰਾ ਹੀ ਆ, ਤੂੰ ਉਹਨੂੰ ਪਤਾ ਵੀ ਤੇਰਾ ਕਿੰਨਾ ਕੁ ਦਿਮਾਗ ਹੈ, ਤੇਰਾ ਆਪ ਦਾ ਦਿਮਾਗ ਨਹੀਂ ਹੈ, ਤੂੰ ਕਿਸੇ ਤੋਂ ਪੁੱਛ ਕੇ ਆਇਆ, ਕਿਤੇ ਤੋਂ ਯਾਦ ਕੀਤਾ ਦੱਸ। ਜਦ ਭਾਈ ਨੰਦ ਲਾਲ ਅੱਖਰ ਉਹਨੇ ਸੁਣਿਆ, ਕਹਿੰਦਾ ਉਹ ਬੰਦਾ ਮੁਸਲਮਾਨ ਹੋਣਾ ਚਾਹੀਦਾ। ਉਹਨੂੰ ਕਿਹਾ ਵੀ ਤੂੰ ਮੁਸਲਮਾਨ ਬਣ ਜਾ। ਬਹਾਦਰ ਸ਼ਾਹ ਦਾ ਮਿੱਤਰ ਸੀਗਾ, ਕਹਿਣ ਲੱਗਾ ਵੀ ਸੱਚਾ ਮਿੱਤਰ ਕਿਸੇ ਦਾ ਨੁਕਸਾਨ ਨਹੀਂ ਕਰਦਾ, ਗੁਰਮੁਖਾ ਮੇਰੀ ਵੱਲੋਂ ਤੂੰ ਜਾ ਸਕਦਾ। ਮੇਰਾ ਪਿਓ ਬਹੁਤ ਸਖਤ ਕਿਸਮ ਦਾ ਇਨਸਾਨ ਹੈ, ਉਹਨੇ ਤੈਨੂੰ ਮਾਰ ਦੇਣਾ ਹੀ, ਨਹੀਂ ਤਾਂ ਤੈਨੂੰ ਮੁਸਲਮਾਨ ਬਣਨਾ ਪੈਣਾ। ਮੇਰੇ ਹੱਥ ਜੋੜੇ, ਮੈਨੂੰ ਮਾਫ ਕਰੀ। ਇਹ ਹੁਣ ਗੱਲ ਉਲਟੀ ਪੈ ਗਈ। ਮੈਂ ਤਾਂ ਤੇਰਾ ਫਖਰ ਨਾਲ ਨਾਮ ਦੱਸਿਆ ਤੇ ਪਰ ਉਹ ਹੁਣ ਤੇਰੇ ਧਰਮ ਨੂੰ ਖਤਰਾ ਬਣ ਗਿਆ। ਕਹਿਣ ਲੱਗਾ ਤੇਰਾ ਧੰਨਵਾਦ। ਰਾਤੋਂ ਰਾਤ ਹੀ ਬਹਾਦਰ ਸ਼ਾਹ ਬੰਦਾ ਗੁਰਮੁਖ ਸੀਗਾ
ਤੇ ਇਹ ਭੱਜ ਕੇ ਅਨੰਦਪੁਰ ਸਾਹਿਬ ਆਇਆ, ਮਹਾਰਾਜ ਦਾ ਅੰਮ੍ਰਿਤ ਛਕਿਆ। ਔਰ ਸੇਵਾ ਕਰਦਿਆਂ ਹੋਇਆਂ ਆਪਦੇ ਸਰੀਰ ਦਾ, ਕੱਪੜਿਆਂ ਦਾ ਖਿਆਲ ਨਾ ਰੱਖਦੇ, ਪ੍ਰੇਮ ਦੇ ਵਿੱਚ, ਆਨੰਦ ਦੇ ਵਿੱਚ ਰਹਿੰਦੇ। ਬਾਜਾਂ ਵਾਲੇ ਪ੍ਰੀਤਮ ਪਾਸੋਂ ਇੱਕ ਦਿਨ ਪ੍ਰੇਮ ਸਰਾਹੀ ਪੀਤੀ, ਸੋ ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆ ਗਿਆ ਸਮਝ ਚਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਕਹਿੰਦੇ ਕਮਲਿਓ, ਇਹ ਦੁਨੀਆ ਦੇ ਲੋਕੋ, ਇਹ ਮੇਰੇ ਨਗਰ ਨਿਵਾਸੀਓ, ਤੁਹਾਨੂੰ ਕੀ ਪਤਾ ਇਹਦੇ ਵਿੱਚ ਕਿੰਨਾ ਆਨੰਦ ਹੈ। ਮਹਾਰਾਜ ਦੀ ਸਵਾਹ ਦੇ ਵਿੱਚ, ਮਹਾਰਾਜ ਦੀ ਰੇਤ ਦੇ ਵਿੱਚ, ਮਹਾਰਾਜ ਦੇ ਝੂਠੇ ਬਰਤਨ ਮਾਂਜਣ ਦੇ ਵਿੱਚ ਇੰਨਾ ਆਨੰਦ ਹੈ ਜੋ ਕਿ ਰਾਜ ਭਾਗ ਦੇ ਵਿੱਚ ਵੀ ਪ੍ਰਾਪਤ ਨਹੀਂ ਹੋ ਸਕਦਾ। ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਇੱਕ ਫੌਜੀ ਰਿਟਾਇਰ ਬ੍ਰਾਹਮਣ ਗੁਰਮੁਖ ਪਿਆਰਾ ਬੜੇ ਪਿਆਰ ਨਾਲ ਲੰਗਰ ਛਕਾਉਂਦਾ ਗੁਰਦੁਆਰਾ ਸ੍ਰੀ ਧੰਨਾ ਬਖਸ਼। ਮੈਨੂੰ ਪੁੱਛਿਆ ਵੀ ਤੂੰ ਹੈ ਤਾਂ ਬ੍ਰਾਹਮਣ ਤੇ ਤੇਰੀ ਸ਼ਰਧਾ ਗੁਰਦੁਆਰੇ 'ਚ ਕਿਵੇਂ ਲੱਗੀ? ਤੂੰ ਬੜੇ ਪਿਆਰ ਨਾਲ ਭਾਂਡੇ ਮਾਂਜਦਾ, ਭੋਜਨ ਇੰਨਾ ਕਮਾਲ ਦਾ, ਤੇ ਹਸੂ ਹਸੂ ਕਰਦੇ ਰਹਿਣਾ। ਆਮ ਗੁਰਦੁਆਰਿਆਂ 'ਚ ਕਈ ਵਾਰ ਸੇਵਾਦਾਰ ਨਾਰਾਜ਼ ਹੋ ਜਾਂਦੇ, ਗੁੱਸੇ 'ਚ ਵਚਨ ਬੋਲਦੇ। ਮੈਂ ਕਿਹਾ ਵੀ ਤੂੰ ਖੁਸ਼ ਨਹੀਂ ਨਾ, ਸ਼ਰਧਾ ਪਿਆਰ ਇਹਨਾਂ ਕਿਵੇਂ ਪ੍ਰਗਟ ਹੋਇਆ? ਤੈਨੂੰ ਤਾਂ ਮੰਦਿਰ 'ਚ ਜਾਣਾ ਚਾਹੀਦਾ। ਕਹਿੰਦਾ ਮੈਂ ਸੀ ਹੌਲਦਾਰ, ਤੇ ਉਹ ਗੁੱਸਾ ਬੜਾ ਸੀਗਾ ਮਨ ਵਿੱਚ। ਮਨੀਕਰਨ ਸਾਹਿਬ ਕਹਿੰਦਾ ਮੈਂ ਜੋੜਾ ਜਮ੍ਹਾਂ ਕਰਾਇਆ, ਤੇ ਜਿਸ ਨੇ ਮੇਰਾ ਜੋੜਾ ਫੜਿਆ ਮੈਂ ਵੇਖਿਆ ਵੀ ਬੜੇ ਪ੍ਰੇਮ ਨਾਲ ਫੜਿਆ ਉਹਨੇ, ਦੋ ਹੱਥਾਂ ਦੇ ਨਾਲ, ਤੇ ਮੱਥੇ ਨੂੰ ਲਾਇਆ, ਤੇ ਕੱਪੜੇ ਨਾਲ ਸਾਫ਼ ਕਰਕੇ ਤੇ ਫਿਰ ਉਹ ਰੈਕ ਦੇ ਵਿੱਚ ਰੱਖਿਆ। ਮੈਂ ਪੁੱਛਿਆ, ਲਾਗੇ ਇੱਕ ਸਿਕਿਉਰਿਟੀ ਗਾਰਡ ਖੜਾ ਸੀਗਾ ਗਨ ਫੜ ਕੇ। ਮੈਂ ਕਿਹਾ ਜੀ ਕੌਣ ਨੇ? ਕਹਿੰਦੇ ਦਿੱਲੀ ਹਾਈ ਕੋਰਟ ਦੇ, ਸ਼ਾਇਦ ਸੁਪਰੀਮ ਕੋਰਟ ਉਹਨੇ ਆਖਿਆ ਵੀ ਉੱਧਰ ਦੇ ਜੱਜ ਹਨ। ਤੇ ਕਹਿੰਦੇ ਵੀ ਏਡਾ ਵੱਡਾ ਜੱਜ ਵੇਖੋ ਇੰਨੇ ਪਿਆਰ ਨਾਲ ਸੇਵਾ ਕਰ ਰਿਹਾ, ਗੁਰਦੁਆਰੇ ਦੇ ਵਿੱਚ ਕੁਛ ਨੂੰ ਮਿਲਦਾ ਫੇਰ ਹੀ ਹੈ, ਤੇ ਮੈਂ ਇੱਕ ਛੋਟਾ ਜਿਹਾ ਹੌਲਦਾਰ ਹੋ ਕੇ ਇਹਨਾਂ ਗੁੱਸਾ ਕਰ ਰਿਹਾ। ਤੇ ਕਹਿੰਦੇ ਉਹਦੇ ਤੋਂ ਬਾਅਦ ਮੇਰਾ ਜੀਵਨ ਬਦਲ ਗਿਆ। ਫਿਰ ਮੰਮੀ ਕਹਿੰਦੇ ਜਿੱਥੇ ਗੁਰਦੁਆਰਾ ਹੋਣਾ, ਕਿਤੇ ਡਿਊਟੀ ਦੌਰਾਨ ਬੰਗਲਾ ਸਾਹਿਬ ਕਿਤੇ ਵੀ, ਤੇ ਜਾ ਕੇ ਜੋੜੇ ਘਰ 'ਚ ਸਪੈਸ਼ਲ ਸੇਵਾ ਕਰਨੀ। ਕਈ ਵਾਰ ਜੋੜੇ ਵਾਲੇ ਸੇਵਾਦਾਰ ਅੰਦਰ ਨਹੀਂ ਲੰਘਣ ਦਿੰਦੇ, ਫਿਰ ਭਾਂਡਿਆਂ ਨੂੰ ਮਾਂਜਣਾ। ਕਹਿੰਦੇ ਉਸ ਤੋਂ ਬਾਅਦ ਮੇਰੇ ਮਨ ਦਾ ਪ੍ਰੇਮ ਜਾਗਿਆ। ਸੋ ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਕਿਸੇ ਤੇ ਰੰਗ ਸੁੱਟ ਕੇ, ਗੁਲਾਲ ਸੁੱਟ ਕੇ ਹੋਲੀ ਮਨਾਉਣ ਦੀ ਬਜਾਏ, ਹੋਲੀ ਕਿੰਨੀ ਸੰਤ ਸੇਵ, ਰੰਗ ਲਾਗਾ ਆਤਰਾਲ ਦੇ। ਸੋ ਰਾਜ ਲੀਲਾ ਤੇਰਾ ਨਾਮ ਬਣਾਈ, ਜੋ ਬਣਿਆ ਤੇਰਾ ਕੀਰਤਨ ਲਗਾਈ। ਇਹ ਮੇਰਾ ਪ੍ਰਕਰਨ ਸੁਣਨ ਦਾ ਸੀਗਾ। ਸੋ ਗੁਰੂ ਮਹਾਰਾਜ ਨੇ ਉਹਨਾਂ ਦਾ ਸ਼ੰਕਾ ਨਿਵਰਤ ਕੀਤਾ, ਤੇ ਫਿਰ ਪਤਾਲਾਂ ਦੇ ਆਕਾਸ਼ਾਂ ਬਾਰੇ ਉਹਨਾਂ ਪੁੱਛਿਆ। ਤਾਂ ਮਹਾਰਾਜ ਕਹਿੰਦੇ ਚਲੋ ਤੁਹਾਨੂੰ ਦਰਸ਼ਨ ਕਰਾਉਂਦੇ ਆ। ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹੈ ਭਾਈ, ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। 10 ਪੀਰ ਦੇ ਬੇਟੇ ਦਾ ਹੱਥ ਵਿੱਚ ਹੱਥ ਫੜ ਕੇ ਅੱਖਾਂ ਬੰਦ ਕਰਾਈਆਂ। ਇੱਕ ਸਕਿੰਟ ਦੇ ਵਿੱਚ ਲੱਖਾਂ ਪਤਾਲ ਤੇ ਆਕਾਸ਼ਾਂ ਦੇ ਦਰਸ਼ਨ ਕਰਾਏ। ਪੀਰ ਕਹਿਣ ਲੱਗਾ ਵੀ ਹੁਣੇ ਤਾਂ ਅੱਖਾਂ ਬੰਦ ਕੀਤੀਆਂ, ਹੁਣੇ ਖੋਲ ਲਈਆਂ, ਇੰਨੇ ਪਤਾਲ ਕਿਵੇਂ ਤੂੰ ਵੇਖ ਆਇਆ? ਉਹਨੇ ਆਪ ਦੀ ਚਿੱਪੀ ਦਿਖਾਈ, ਪਰ ਕਚਕੌੜ ਪ੍ਰਸ਼ਾਦ ਦਾ ਤੁਰੋਂ ਪਤਾਲੋਂ ਲਈ ਕੜਾਈ। ਕਹਿੰਦਾ ਵੇਖ ਪੀਰ ਜੀ, ਇਹ ਅਜੇ ਵੀ ਮੈਨੂੰ ਲਈ ਜਾ ਰਹੇ ਸਨ, ਮੈਂ ਤਾਂ ਥੱਕ ਕੇ ਹਮ ਗਈ, ਮਸਾਂ ਇਹਨਾਂ ਦੇ ਗੋਡੇ ਘੁੱਟ ਕੇ ਵਾਪਸ ਮੁੜੇ। ਜਿੱਥੇ ਵੀ ਜਾਂਦੇ ਸੰਗਤ ਜੁੜਦੀ, ਆਨੰਦ ਸਾਹਿਬ ਦਾ ਪਾਠ, ਭੋਗ ਪੈਂਦਾ, ਪ੍ਰਸ਼ਾਦ ਵਰਤਦਾ, ਕਿਣਕਾ ਮੈਂ ਲੈ ਕੇ ਚਿੱਪੀ 'ਚ ਪਾਉਂਦਾ ਰਿਹਾ। ਇੰਨੀਆਂ ਜਗ੍ਹਾ ਤੇ ਇੰਨੀ ਸੰਗਤ ਵਿੱਚ ਦਰਸ਼ਨ ਕੀਤੇ ਕਿ ਇੱਕ ਇੱਕ ਕਿਣਕੀ ਨਾਲ ਚਿੱਪੀ ਭਰ ਗਈ। ਤੂੰ ਕਹਿੰਦਾ ਹੁਣੇ ਆ ਗਏ, ਮੈਂ ਤਾਂ ਥੱਕ ਗਿਆ, ਮੈਨੂੰ ਤਾਂ ਸਾਲ ਹੋ ਗਏ ਇਹਨਾਂ ਨਾਲ ਤੁਰੇ ਫਿਰਦੇ। ਪਤਾ ਨਹੀਂ ਕੋਈ ਹੋਰ ਖੁਦਾ, ਮੇਰੇ ਲਈ ਤਾਂ ਇਹੀ ਖੁਦਾ ਨੇ, ਤੂੰ ਇਹਨਾਂ ਦੇ ਪੈਰ ਫੜ ਲਾ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਦਸਤਗੀਰ ਪੀਰ ਸਮੇਤ ਬਗਦਾਦ ਸ਼ਹਿਰ ਉੱਪਰ ਕਿਰਪਾ ਕੀਤੀ। ਪਾਤਸ਼ਾਹ ਫਰਮਾਉਂਦੇ ਨੇ, ਸ਼ਰਵਣ ਮੇਰੇ ਹੋ, ਐ ਮੇਰੇ ਕੰਨੋਂ ਤੁਹਾਨੂੰ ਸਾਚੈ ਸੁਣੈ ਨੂੰ ਬਿਠਾਏ। ਪਰਮੇਸ਼ਰ ਨੇ ਸੱਚੇ ਨਾਮ ਨੂੰ ਸੁਣਨ ਵਾਸਤੇ ਮਾਤ ਲੋਕ ਵਿੱਚ ਭੇਜਿਆ ਸੀਗਾ, ਪਰ ਤੁਸੀਂ ਨਿੰਦਿਆ ਸੁਣਨ ਲੱਗ ਪਏ। ਸਾਡਾ ਸੁਭਾਅ ਕੀ ਹੈ, ਕਈ ਵਾਰ ਮੂੰਹ ਨਹੀਂ ਬੋਲੀਦਾ, ਕੰਨ ਲਾ ਕੇ ਸੁਣ ਜਾਈਦਾ। ਕਿਹੜੀ ਗੱਲ ਹੁੰਦੀ ਹੈ, ਇੱਥੋਂ ਸੁਣੀ ਦੂਜੇ ਕੋ ਕਰਦੀ, ਆਪਦੀ ਗੱਲ ਨਹੀਂ ਦੱਸਣੀ ਵੀ ਮੈਂ ਕੀ ਕਿਹਾ, ਦੂਜੇ ਦੀ ਗੱਲ ਦੱਸ ਕੇ ਲੜਾਈ ਕਰਾ ਦੇਣੀ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।
ਤੁਹਾਨੂੰ ਕੰਨ ਰਸ ਨਾ ਹੋਵੇ, ਮਹਾਰਾਜ ਦੇ ਨਾਮ ਦਾ ਰਸ ਹੋਵੇ। ਸਾਚੈ ਸੁਣਨੈ ਨੋ ਪਠਾਏ। ਸੱਚੇ ਨਾਮ ਸੁਣਨ ਵਾਸਤੇ ਭੇਜਿਆ ਸੀਗਾ। ਤੁਸੀਂ ਲੋਕਾਂ ਦੀਆਂ ਗੱਲਾਂ ਉਲਟੀਆਂ ਸਿੱਧੀਆਂ ਸੁਣੀ ਜਾ ਰਹੇ ਹੋ। ਕਿਸੇ ਦੇ ਫੋਨ ਨੂੰ ਕੈਚ ਕਰਨਾ, ਹੈਂਗ ਕਰਨਾ, ਕਿਸੇ ਦੀ ਕਈ ਗੱਲ ਨੂੰ ਚੋਰੀ ਛੱਪੇ ਸੁਣਨਾ ਸਭ ਤੋਂ ਵੱਡਾ ਬੱਜਰ ਪਾਪ ਤੇ ਗੁਨਾਹ ਹੈ। ਪੁਰਾਣੇ ਲੋਕ ਕਿਸੇ ਦੀ ਚਿੱਠੀ ਨਹੀਂ ਸੀ ਪੜ੍ਹਦੇ ਹੁੰਦੇ, ਇੰਨੇ ਧਰਮੀ ਹੁੰਦੇ ਸੀਗੇ। ਤੁਸੀਂ ਕੀ ਸੁਣਨ ਦੇ ਵਿੱਚ ਪਏ ਹੋਏ ਹੋ? ਸਰੀਰ ਲਾਏ। ਤੁਹਾਨੂੰ ਸਰੀਰ ਦੇ ਨਾਲ ਕਾਹਤੋਂ ਲਾਇਆ ਮਹਾਰਾਜ ਨੇ? ਸੁਣੋ ਸਤ ਬਾਣੀ। ਕਿ ਤੁਸੀਂ ਸੱਚੀ ਨਾਮ ਬਾਣੀ ਦਾ ਕੀਰਤਨ ਸੁਣੋ, ਕਥਾ ਸੁਣੋ। ਤੋ ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ केरी कित द्वारा पाई है। आवो सिख सतगुर के प्यारियो, गावो सच्ची बाणी। गुरबाणी गावे भाई, वो सफल सदा सुखदाई। ਇਹਨੂੰ ਪੜੋ, ਗਾਓ ਅਤੇ ਸੁਣੋ। ਜਿਤ ਸੁਣੀ ਮਨ ਤਨ ਹਰਿਆ ਹੋਆ। ਇਸ ਅੰਮ੍ਰਿਤ ਨੂੰ ਬਾਣੀ ਨੂੰ ਸੁਣ ਕਰਕੇ ਤੁਹਾਡਾ ਮਨ ਤੇ ਹਿਰਦਾ ਸ਼ੁਭ ਗੁਣਾਂ ਨਾਲ, ਸਰੀਰ ਵੀ ਵਿਕਾਰਾਂ ਤੋਂ ਰਹਿਤ ਹੋਣ ਰੂਪ ਹਰਿਆ ਭਰਿਆ ਹੋ ਜਾਂਦਾ ਹੈ। ਰਸ ਸਮਾਣੀ। ਆ ਜ਼ਬਾਨ ਵੀ ਪ੍ਰੇਮ ਰਸ ਵਿੱਚ ਸਮਾ ਜਾਂਦੀ, ਲੀਨ ਹੋ ਜਾਂਦੀ। ਜਦੋਂ ਵੀ ਕੀਰਤਨ ਹੋਵੇ ਜਾਂ ਕਥਾ ਹੋਵੇ, ਮੈਂ ਕਈ ਵਾਰ ਇਹ ਵੇਖਿਆ, ਕਈ ਵਾਰ ਤੁਰੇ ਫਿਰਦਿਆਂ ਵੀ ਸੋਚੀਦਾ ਵੀ ਨਾਲੇ ਸੈਰ ਹੋ ਜਾਊਗੀ, ਜਾਂ ਮਗਰ ਜੇ ਢੋਲ ਆ ਕੇ ਬਹਿ ਜਾਈਦਾ। ਉਹ ਗੱਲ ਨਹੀਂ ਬਣਦੀ ਜਿੰਨਾ ਚਿਰ ਅਗਲੇ ਦੇ ਸਾਹਮਣੇ ਬਹਿ ਕੇ ਨਾ ਸੁਣੋ। ਤੁਰੇ ਫਿਰਦਿਆਂ ਕੋਈ ਬੁਲਾ ਲੈਂਦੇ ਨੇ, ਕੰਧ ਨਾਲ ਢੋਲ ਆ ਕੇ ਨੀਂਦ ਆ ਜਾਂਦੀ ਹੈ। ਤੋ ਲਾਗੇ ਹੋ ਕੇ ਇਕਾਗਰਤਾ ਦੇ ਨਾਲ ਜੇ ਸੁਣੀਏ, ਮਤਲਬ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰੀ, ਅਟੈਂਡੈਂਸ ਦਈਏ, ਤਾਂ ਪੂਰਾ ਪੂਰਾ ਲਾਭ ਮਿਲਦਾ 100%। ਤੇ ਜਿਹੜੀ ਰਸਨਾ ਹੈ ਵਾਹਿਗੁਰੂ ਨਾਮ ਵਿੱਚ ਲੀਨ ਹੋ ਜਾਂਦੀ, ਮਸਤ ਹੋ ਜਾਂਦੀ ਹੈ। ਕੀਰਤਨ ਇੰਨੀ ਪਾਵਰ ਰੱਖਦਾ ਹੈ, ਜਿਸ ਤਰ੍ਹਾਂ ਖੜੇ ਇੰਜਨ ਨੂੰ ਹੈਂਡਲ ਘੁਮਾ ਕੇ ਸਟਾਰਟ ਕਰ ਦੇਈਦਾ, ਮੁੜ ਕੇ ਆਪਦਿਆ ਵੀ ਚੱਲਿਆ ਰਹਿੰਦਾ। ਆ ਸਿੱਖੋ 5 ਘੜੀ ਹੈ, ਕੋਈ ਸੈੱਲ ਨਹੀਂ ਪਾਇਆ, ਇਹਨੂੰ 15 ਸਾਲ ਹੋ ਗਏ, ਆਪਦਿਆ ਵੀ ਚੱਲੀ ਜਾਂਦੀ ਹੈ। ਤੋ ਇਸ ਤਰੀਕੇ ਦੇ ਨਾਲ ਆਟੋਮੈਟਿਕ ਕੀਰਤਨ ਮਹਾਰਾਜ ਦਾ ਨਾਮ ਚਲਾਉਂਦਾ ਹੈ। ਸੱਚ ਲਖ ਵਿਡਾਣੀ। ਸਤ ਸਰੂਪ ਪਰਮੇਸ਼ਰ ਅਸ਼ੁੱਧ ਮਨ ਕਰਕੇ ਲਖਣ ਦੂਰ ਹੈ ਤੇ ਅਸਤ ਰੂਪ ਹੈ। ਕੀ ਗਤ ਕਹੀ ਨਾ ਜਾਏ। ਇਸ ਦੀ ਗਿਆਨ ਪ੍ਰਾਪਤੀ ਦੀ ਮਰਿਆਦਾ ਕਿਸੇ ਪਾਸੋਂ ਵੀ ਸ਼ਕਤੀ ਵਰਤੀ ਕਰਕੇ ਕਹੀ ਨਹੀਂ ਜਾ ਸਕਦੀ। ਹੈ ਨਾਨਕ ਅੰਮ੍ਰਿਤ ਨਾਮ ਸੁਣਹੁ। ਇਹ ਸਾਰੀਆਂ ਗੱਲਾਂ ਬਾਤਾਂ ਗੁਰੂ ਅਮਰਦਾਸ ਮਹਾਰਾਜ ਨੇ ਤੁਹਾਨੂੰ ਕਹੀਆਂ ਨੇ, ਇਹਦੇ ਭੁਲੇਖਾ ਨਾ ਖਾ ਲਿਓ। ਸਾਨੂੰ ਤਾਂ ਕੱਖ ਵੀ ਨਹੀਂ ਆਉਂਦਾ। ਬੰਦਾ ਕੋਈ 4 ਬੰਦੇ ਇਕੱਠੇ ਹੋ ਕੇ ਬੁਲਾ ਲੈਣ, ਕੋਈ ਗੱਲ ਨਹੀਂ ਆਉਂਦੀ। ਮਾਪਿਆਂ ਨੂੰ ਫਿਕਰ ਸੀ ਵੀ ਇਹ ਰੋਟੀ ਕਿੱਥੋਂ ਖਾਊਗਾ, ਵੀ ਬੋਲਦਾ ਤਾਂ ਹੈ ਨਹੀਂ। ਤੇ ਕੋਈ ਸਵਾਲ ਕਰਦੇ, ਹੱਥ ਜੋੜ ਦੇਈਦੇ ਵੀ ਸਾਨੂੰ ਕੋਈ ਜਵਾਬ ਨਹੀਂ। ਜੇ ਕਹੇ ਵੀ ਸਾਖੀ ਸੁਣਾ ਦਿਓ, ਇਹੀ ਆਖੀਦਾ ਵੀ ਮਹਾਰਾਜ ਦੀ ਹਜ਼ੂਰੀ ਤਾਂ ਸਾਰੀ ਦਿਹਾੜੀ ਬੁਲਾਈ ਜਾਓ, ਉਹ ਨਹੀਂ ਸਾਨੂੰ ਕੁਝ ਵੀ ਆਉਂਦਾ। ਇਹ ਤਾਂ ਮਹਾਰਾਜ ਦੀ ਬਾਣੀ ਗੁਰੂ ਅਮਰਦਾਸ ਜੀ ਬੋਲਦੇ ਨੇ। ਮੈਂ ਵੀ ਤੁਹਾਡੇ 'ਚ ਬੈਠ ਕੇ ਸੁਣਿਆ ਹੈ ਕਿ ਅੰਮ੍ਰਿਤ ਨਾਮ ਕੰਨਾਂ ਦੇ ਨਾਲ ਸੁਣੋ ਭਾਈ। ਸਾਰੀ ਕਥਾ ਦਾ ਸਾਰ ਅੰਸ਼ ਇਹ ਹੈ ਕਿ ਅੱਖਾਂ ਦੇ ਨਾਲ ਮਹਾਰਾਜ ਦੇ ਦਰਸ਼ਨ ਕਰੋਗੇ ਤਾਂ ਤੁਹਾਡੀਆਂ ਅੱਖਾਂ ਪਵਿੱਤਰ, ਕੰਨਾਂ ਦੇ ਨਾਲ ਨਾਮ ਨੂੰ ਸੁਣੋਗੇ ਤਾਂ ਕੰਨ ਉਜਲ ਪਵਿੱਤਰ ਨਿਰਮਲ ਹੋਣਗੇ। ਸਾਚੈ ਸੁਣਨੈ ਨੋ ਪਠਾਏ। ਕਿਉਂਕਿ ਤੁਹਾਨੂੰ ਪਰਮੇਸ਼ਰ ਨੇ ਸੱਚੇ ਨਾਮ ਨੂੰ ਸੁਣਨ ਵਾਸਤੇ ਹੀ ਮਾਤ ਲੋਕ ਦੇ ਵਿੱਚ ਮਨੁੱਖਾ ਦੇਹ ਨੂੰ ਲਾ ਕੇ ਭੇਜਿਆ ਹੈ। ਰੱਬ ਦਾ ਸ਼ੁਕਰ ਮਨਾਓ, ਇਹ ਸਾਨੂੰ ਸਹੀ ਸੁਣਦਾ ਤੇ ਪੂਰਾ ਸੁਣਦਾ ਹੈ। ਅੱਖਾਂ ਦੇ ਨਾਲ ਸਭ ਕੁਝ ਮਹਾਰਾਜ ਦੀ ਕਿਰਪਾ ਨਾਲ ਸਹੀ ਦਿਖਦਾ, ਕਿਉਂ ਸਹੀ ਤਰੀਕੇ ਨਾਲ ਇਹਨਾਂ ਦੀ ਵਰਤੋਂ ਕਰੀਏ, ਮਹਾਰਾਜ ਦਾ ਸ਼ੁਕਰ ਕਰੀਏ, ਉਹਦਾ ਧੰਨਵਾਦ ਕਰੀਏ ਜੀ। ਬੋਲੋ ਜੀ ਖਿਮਾ ਕਰੋ ਕਿ ਉਸ ਮਤ ਬਖਸ਼ੋ। ਸੱਚ ਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ।